ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਜੁੜ ਬੈਠੇ ਬਹੁਤ ਹੀ ਸਤਿਕਾਰਯੋਗ ਅਜ਼ੀਜ਼ ਹਾਜ਼ਰੀਨ, ਪਾਓ ਗੁਰਦੇਵ ਪਾਤਸ਼ਾਹ ਦੀ ਬਖਸ਼ਿਸ਼ ਪਵਿੱਤਰ ਫਤਿਹ ਬੁਲੰਦ ਕਰੀਏ। ਗੱਜ ਕੇ ਆਖਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਦੋਂ ਅਸੀਂ ਕਿਸੇ ਵੀ ਧਰਮ ਦੇ ਮੂਲ ਵਿਚਾਰਧਾਰਕ ਪੱਖ ਦੀ ਗੱਲ ਕਰਦੇ ਹਾਂ ਤਾਂ ਸਾਡੇ ਸਾਹਮਣੇ ਇੱਕ ਪੱਖ ਆ ਜਾਂਦਾ ਹੈ ਧਰਮ ਦਾ ਫਲਸਫਾ ਜਾਂ ਕਿਸੇ ਵੀ ਧਰਮ ਦੀ ਫਿਲਾਸਫੀ। ਅਕੈਡਮਿਕ ਲੈਵਲ ਦੇ ਉੱਪਰ ਜਦੋਂ ਅਸੀਂ ਫਿਲਾਸਫੀ ਸ਼ਬਦ ਨੂੰ ਵੇਖਦੇ ਹਾਂ ਤੇ ਇਹ ਸਟੱਡੀ ਆਫ fundamental nature of knowledge, existence, language, values and mind। ਕਿ ਜੋ ਵੀ ਅਸੀਂ ਮਹਿਸੂਸ ਕਰਦੇ ਹਾਂ, ਜੋ ਵੀ ਸਾਨੂੰ ਨਜ਼ਰ ਆ ਰਿਹਾ ਹੈ ਕੁਦਰਤ ਦੇ ਵਿੱਚ, ਉਸ ਦੇ ਮੂਲ ਦੀ ਖੋਜ ਕਰਨੀ ਫਿਲਾਸਫੀ ਹੈ। ਸੋਕਰੇਟਸ ਨੇ ਇਸ ਨੂੰ ਬੜਾ ਵਧੀਆ ਆਪਣੀਆਂ ਰਚਨਾਵਾਂ ਦੇ ਵਿੱਚ ਪਰਿਭਾਸ਼ਿਤ ਕੀਤਾ ਹੈ, ਐਕਸਪਲੇਨ ਕੀਤਾ ਹੈ। ਫਿਲਾਸਫੀ ਕੀ ਹੈ? ਅਕਸਰ ਅਸੀਂ ਵੇਖਦੇ ਹਾਂ ਕਿ ਮਨੁੱਖ ਜਦੋਂ ਖੜਾ ਹੈ ਕਿਤੇ ਤੇ ਉਸ ਦਾ ਪਰਛਾਵਾਂ ਜ਼ਰੂਰ ਹੁੰਦਾ ਹੈ, ਪਰ ਪਰਛਾਵਾਂ ਹਮੇਸ਼ਾ ਉਦੋਂ ਹੁੰਦਾ ਹੈ ਜਦੋਂ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਦਿਸ਼ਾ ਦੇ ਵਿੱਚੋਂ ਰੋਸ਼ਨੀ ਦਾ ਸਰੋਤ ਜ਼ਰੂਰ ਹੋਵੇਗਾ। ਹਨੇਰੇ ਦੇ ਵਿੱਚ ਪਰਛਾਵਾਂ ਨਹੀਂ ਬਣਦੇ। ਸੋ ਨਜ਼ਰ ਆ ਰਿਹਾ ਹੈ ਕਿ ਮਨੁੱਖ ਦਾ ਪਰਛਾਵਾਂ ਹੈ, ਪਰ ਫਲਸਫਾ ਜਾਂ ਫਿਲਾਸਫੀ ਇਹ ਚੀਜ਼ ਹੈ ਖੋਜ ਕਰਨੀ ਕਿ ਪਰਛਾਵਾਂ ਬਣ ਕਿਉਂ ਰਿਹਾ। ਪਹਿਲਾਂ ਤਾਂ ਗਿਆਨ ਹੋਣਾ ਚਾਹੀਦਾ ਹੈ ਕਿ ਜੇ ਪਰਛਾਵਾਂ ਬਣ ਰਿਹਾ ਹੈ ਤਾਂ ਕਿਤੇ ਨਾ ਕਿਤੇ ਕਿਸੇ ਦਿਸ਼ਾ ਤੋਂ ਰੋਸ਼ਨੀ ਦਾ ਸਰੋਤ ਜ਼ਰੂਰ ਮੌਜੂਦ ਹੈ। ਜੇਕਰ ਰੋਸ਼ਨੀ ਦੀ ਅਣਹੋਂਦ ਹੈ ਤੇ ਮਨੁੱਖ ਦਾ ਪਰਛਾਵਾਂ, ਉਸ ਦਾ ਅਕਸ, ਉਸ ਦਾ ਸ਼ੈਡੋ ਪੈਦਾ ਹੀ ਨਹੀਂ ਹੁੰਦਾ। ਉਸ ਰੋਸ਼ਨੀ ਦੀ ਖੋਜ ਕਰਨੀ ਇਹ ਫਲਸਫਾ ਹੈ ਕਿ ਉਹ ਪਰਛਾਵਾਂ ਜੇ ਬਣ ਰਿਹਾ ਹੈ ਤੇ ਰੋਸ਼ਨੀ ਦਾ ਸਰੋਤ ਕੀ ਹੈ ਔਰ ਕਿਸ ਦਿਸ਼ਾ ਤੋਂ ਰੋਸ਼ਨੀ ਆ ਰਹੀ ਹੈ। ਸੌਖੇ ਸ਼ਬਦਾਂ ਦੇ ਵਿੱਚ ਸਮਝਣਾ ਹੋਵੇ ਤਾਂ ਫਿਲਾਸਫੀ ਇਹ ਹੈ ਕਿ ਵਾਪਰ ਰਹੇ ਵਰਤਾਰੇ ਕੁਦਰਤ ਦੇ, ਉਹਨਾਂ ਦੇ ਵਿੱਚ ਕੁਦਰਤ ਦੀਆਂ ਜੀਵਾਂ ਜਾਂ ਕੁਦਰਤ ਦੀ ਸਮੁੱਚੀ ਜਿਹੜੀ ਖਲਕਤ ਹੈ, ਉਸ ਦੀ ਹੋਂਦ, ਉਸ ਦੀ ਮਾਨਸਿਕਤਾ, ਉਸ ਦੀ ਬੋਲੀ, ਉਸ ਦੀਆਂ ਕਦਰਾਂ ਕੀਮਤਾਂ, ਉਸ ਦਾ ਗਿਆਨ, ਉਸ ਦੇ ਗੁਣਵੰਤ ਹੋਣ ਦੇ ਪਿੱਛੇ ਮੂਲ ਕਾਰਨ ਕੀ ਨੇ, ਇਹ ਫਲਸਫਾ ਹੈ, ਇਹ ਫਿਲਾਸਫੀ ਹੈ। ਇਸ ਨੂੰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਨਜ਼ਰੀਏ ਦੇ ਵਿੱਚ ਸਮਝਣਾ ਹੋਵੇ ਤੇ ਮੈਂ ਸੋਚਦਾ ਇੱਕ ਸ਼ਬਦ ਹੈ ਮਾਂ। ਦੋ ਰੂਪ ਮਾਂ ਦੇ ਨੇ। ਇੱਕ ਨੂੰ ਅਸੀਂ ਕਹਿੰਦੇ ਹਾਂ ਜਨਮ ਦੇਣ ਵਾਲੀ ਸੰਸਾਰਿਕ ਮਾਂ, ਇੱਕ ਹੈ ਗੁਰੂ ਦੇ ਰੂਪ ਦੇ ਵਿੱਚ ਮਾਂ, ਜਿਸ ਨੇ ਆਤਮਿਕ ਰੂਹਾਨੀਅਤ ਗਿਆਨ ਦਿੱਤਾ ਹੈ, ਜਿਸ ਨੂੰ ਅਸੀਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਆਪਣੇ ਮਾਂ-ਬਾਪ ਦੇ ਰੂਪ ਸਮਰਪਿਤ ਹੋ ਕੇ ਪੜ੍ਹਦੇ ਹਾਂ। ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਕ, ਤੂੰ ਮੇਰਾ ਭਰਾਤਾ। ਉੱਥੇ ਸਾਰੇ ਰਿਸ਼ਤੇ ਸਾਡੇ ਅਕਾਲ ਪੁਰਖ ਦੇ ਨਾਲ ਬਣ ਜਾਂਦੇ ਨੇ ਤੇ ਉੱਥੇ ਇਹਨਾਂ ਰਿਸ਼ਤਿਆਂ ਦੇ ਨਾਮ ਅਕਾਲ ਬੋਧਿਕ ਨੇ। ਪਰ ਇੱਕ ਖਿਆਲ ਕਰੋ, ਗੱਲਾਂ ਛੋਟੀਆਂ ਛੋਟੀਆਂ ਨੇ। ਮੈਂ ਫਿਰ ਕਿਹਾ ਕਿ ਫਿਲਾਸਫੀ ਇਹ ਹੁੰਦੀ ਹੈ ਕਿ ਪਿੱਛੇ ਦੀ ਭਾਵਨਾ ਕੀ ਹੁੰਦੀ ਹੈ। ਗੱਲਾਂ ਤੇ ਵਰਤਾਰੇ ਕਈ ਵਾਰੀ ਬਹੁਤ ਛੋਟੇ ਹੁੰਦੇ ਨੇ, ਪਰ ਜੇਕਰ ਉਹਨਾਂ ਦੇ ਉੱਪਰ ਆਪਣੀ ਮਾਨਸਿਕਤਾ ਨੂੰ ਕੇਂਦਰਿਤ ਕੀਤਾ ਜਾਵੇ ਤਾਂ ਉਹਨਾਂ ਦੇ ਮਤਲਬ ਜਿਹੜੇ ਨੇ ਉਹ ਬਹੁਤ ਵੱਡੇ ਹੁੰਦੇ ਨੇ। ਦੁਨੀਆ ਦੇ ਕਿਸੇ ਵੀ ਦੇਸ਼ ਦੇ ਵਿੱਚ ਰਹਿ ਰਿਹਾ ਮਨੁੱਖ ਕਿਸੇ ਵੀ ਬੋਲੀ ਦੇ ਵਿੱਚ ਜਦੋਂ ਕਿਸੇ ਨੂੰ ਗਾਲ ਕੱਢਦਾ ਹੈ, ਅਬਿਊਜ਼ਿਵ ਲੈਂਗੁਏਜ ਯੂਜ਼ ਕਰਦਾ ਹੈ, ਲੜਾਈ ਦੋ ਮਨੁੱਖਾਂ ਦੀ ਹੋ ਰਹੀ ਹੈ ਹੁੰਦੀ ਹਮੇਸ਼ਾ, ਗਾਲ ਔਰਤ ਨੂੰ ਕੱਢੀ ਜਾਂਦੀ, ਜਾਂ ਮਾਂ ਨੂੰ
ਜਾਂ ਬੇਟੀ ਨੂੰ ਜਾਂ ਭੈਣ ਨੂੰ, ਦੋਸ਼ ਉਹਨਾਂ ਦਾ ਨਹੀਂ ਹੁੰਦਾ। ਪਰ ਦੁਨੀਆ ਦੇ ਹਰ ਸੱਭਿਆਚਾਰ ਦੇ ਵਿੱਚ, ਹਰ ਭਾਸ਼ਾ ਦੇ ਵਿੱਚ ਲੜਦੇ ਦੋ ਮਰਦ ਨੇ, ਤੇ ਉਹਨਾਂ ਮਰਦਾਂ ਦੀ ਲੜਾਈ ਦੇ ਵਿੱਚ ਜਿਹੜੀ ਅਬਿਊਜ਼ਿਵ ਲੈਂਗੁਏਜ ਹੈ, ਜਿਹੜੀ ਗਾਲ ਹੈ, ਜਿਹੜੀ ਗੰਦੀ ਭਾਸ਼ਾ ਹੈ, ਮੰਦ ਭਾਸ਼ਾ ਹੈ, ਉਸ ਦਾ ਸ਼ਿਕਾਰ ਔਰਤ ਹੁੰਦੀ ਹੈ। ਇਸ ਦਾ ਮਤਲਬ ਕਿ ਔਰਤ ਨੂੰ ਬਰਾਬਰਤਾ ਨਹੀਂ ਦਿੱਤੀ ਅਜੇ ਤੱਕ ਇਸ ਸਮਾਜ ਦੇ ਵਿੱਚ, ਜਿਹੜੀ ਨੈਤਿਕ ਪੱਧਰ ਦੇ ਉੱਪਰ ਦੇਣੀ ਚਾਹੀਦੀ ਸੀ। ਪਰ ਕਿਸੇ ਵੀ ਧਰਮ ਤੇ ਸੱਭਿਆਚਾਰ ਦੇ ਵਿੱਚ ਜਦੋਂ ਕਿਸੇ ਔਰਤ ਨੂੰ ਅਸੀਸ ਦਿੱਤੀ ਜਾਂਦੀ ਹੈ, ਉਹ ਮਰਦ ਦੇ ਪ੍ਰਤੀ ਹੈ। ਤੇਰੇ ਘਰ ਪੁੱਤਰ ਜਨਮ ਲਵੇ, ਤੂੰ ਸੁਹਾਗਣ ਰਵੇਂ, ਤੇਰਾ ਬਾਪ ਧਨ ਹੈ। ਹੁਣ ਇਸ ਗੱਲ ਵੱਲ ਧਿਆਨ ਕੇਂਦਰਿਤ ਕਰੋ। ਗਾਲ ਔਰਤ ਨੂੰ ਮੁਖਾਤਬ ਹੋ ਕੇ ਕੱਢੀ ਜਾਂਦੀ ਹੈ, ਅਸੀਸ ਮਰਦ ਨੂੰ ਮੁਖਾਤਬ ਹੋ ਕੇ ਦਿੱਤੀ ਜਾਂਦੀ ਹੈ। ਇੱਥੇ ਅਸੀਂ ਕਹਿ ਸਕਦੇ ਹਾਂ ਕਿ ਸਾਡੇ ਸਮਾਜ ਦੇ ਵਿੱਚ ਕਿਤੇ ਨਾ ਕਿਤੇ ਅਜੇ ਸਮਾਨਤਾ ਨਹੀਂ ਹੈ। ਸਾਡੇ ਸੱਭਿਆਚਾਰ ਦੇ ਵਿੱਚ ਕਿਤੇ ਨਾ ਕਿਤੇ ਸਮਾਨਤਾ ਨਹੀਂ ਹੈ ਔਰਤ ਦੇ ਸਤਿਕਾਰ ਦੇ ਪ੍ਰਤੀ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੀ ਉਚਾਰੀ ਪਾਵਨ ਬਾਣੀ, ਜਿਸ ਦੇ ਵਿੱਚ ਸੰਸਾਰਿਕ ਮਾਂ ਦੀ ਗੱਲ ਕੀਤੀ ਹੈ, ਅਸੀਂ ਰੋਜ਼ ਹੀ ਆਸਾ ਦੀ ਵਾਰ ਦੇ ਵਿੱਚ ਸਰਵਣ ਕਰਦੇ ਹਾਂ। ਉਸ ਦੇ ਵਿੱਚ ਅਸੀਂ ਰੋਜ਼ ਸਰਵਣ ਕਰਦੇ ਹਾਂ, ਸੋ ਕਿਉਂ ਮੰਦਾ ਆਖੀਐ ਜਿਤ ਜੰਮੇ ਰਾਜਾ। ਪਰ ਸਾਰੀਆਂ ਔਰਤਾਂ ਰਾਜਿਆਂ ਨੂੰ ਜਨਮ ਨਹੀਂ ਦਿੰਦੀਆਂ। ਇਸ ਦਾ ਮਤਲਬ ਕਿ ਮੰਦਾ ਕਿਸੇ ਨੂੰ ਵੀ ਨਹੀਂ ਆਖਣਾ। ਕੋਈ ਔਰਤ ਨਹੀਂ ਚਾਹੁੰਦੀ ਕਿ ਉਸ ਦੀ ਕੁੱਖ ਚੋਂ ਪੈਦਾ ਹੋਣ ਵਾਲੀ ਔਲਾਦ ਨਸ਼ਾ ਕਰੇ। ਕੋਈ ਔਰਤ ਨਹੀਂ ਚਾਹੁੰਦੀ ਕਿ ਉਸ ਦੀ ਕੁੱਖ ਚੋਂ ਪੈਦਾ ਹੋਣ ਵਾਲੀ ਔਲਾਦ ਬੁਰੀਆਂ ਆਦਤਾਂ ਦਾ ਸ਼ਿਕਾਰ ਹੋਵੇ। ਕੋਈ ਔਰਤ ਨਹੀਂ ਚਾਹੁੰਦੀ ਕਿ ਉਸ ਦੀ ਕੁੱਖ ਚੋਂ ਪੈਦਾ ਹੋਈ ਔਲਾਦ ਜਿਹੜੀ ਹੈ ਉਹ ਸੰਸਾਰ ਦੇ ਵਿੱਚ ਬੁਰੇ ਕਰਮ ਕਰੇ। ਹਰ ਔਰਤ ਚਾਹੁੰਦੀ ਹੈ ਕਿ ਉਸ ਦੀ ਕੁੱਖ ਚੋਂ ਪੈਦਾ ਹੋਣ ਵਾਲੀ ਔਲਾਦ ਸੰਸਾਰ ਦੇ ਉੱਪਰ ਚੰਗੇ ਕਰਮ ਕਰੇ। ਪਰ ਕਈ ਵਾਰੀ ਇੰਝ ਹੁੰਦਾ ਹੈ ਕਿ ਅਸੀਂ ਜਿਹੜੇ ਪ੍ਰਚਾਰਕ ਲੋਕ ਹਾਂ, ਅਸੀਂ ਜਿਹੜੇ ਵਿਖਿਆਨਾਂ ਦੇ ਵਿੱਚ ਪ੍ਰਮਾਣ ਵਰਤਦੇ ਹਾਂ, ਸਾਨੂੰ ਉਹਨਾਂ ਪ੍ਰਮਾਣਾਂ ਦੇ ਮੂਲ ਜਿਹੜੇ ਭਾਵ ਨੇ ਉਹਨਾਂ ਦਾ ਪਤਾ ਨਹੀਂ ਹੁੰਦਾ। ਔਰ ਅਸੀਂ ਉਹਨਾਂ ਪ੍ਰਮਾਣਾਂ ਦੀ ਵਰਤੋਂ ਕਰਦੇ ਹਾਂ, ਜਿਹੜੀ ਸੰਸਾਰਿਕ ਮਾਂ ਹੈ ਉਸ ਨੂੰ ਦੋਸ਼ੀ ਬਣਾ ਦਿੰਦੇ ਹਾਂ। ਹੁਣ ਖਿਆਲ ਕਰੋ, ਦੋ ਪ੍ਰਮਾਣ ਤੁਲਸੀ ਦੀ ਰਚਨਾ ਰਾਮਾਇਣ ਦੇ ਵਿੱਚੋਂ ਅਕਸਰ ਦਿੱਤੇ ਜਾਂਦੇ ਨੇ। ਸਾਰੇ ਸਾਡੇ ਸਿੱਖ ਪ੍ਰਚਾਰਕ ਉਹਨਾਂ ਦੀ ਵਰਤੋਂ ਕਰਦੇ ਨੇ। ਉਹ ਹੈ ਕਿ ਜੇ ਅਸੀਂ ਇਹ ਸਿੱਧ ਕਰਨਾ ਹੋਵੇ ਆਪਣੇ ਵਿਖਿਆਨ ਦੇ ਵਿੱਚ ਕਿ ਸਨਾਤਨ ਮਤ ਦੇ ਵਿੱਚ ਔਰਤ ਨੂੰ ਪਸ਼ੂ ਦੇ ਬਰਾਬਰ ਗਿਣਿਆ ਗਿਆ ਹੈ, ਤੇ ਤਾਂ ਅਸੀਂ ਤੁਲਸੀ ਦਾ ਪ੍ਰਮਾਣ ਦਿੰਦੇ ਹਾਂ, ਢੋਰ ਗਵਾਰ ਸ਼ੂਦਰ ਔਰ ਨਾਰੀ ਇਹ ਸਭ ਤਾੜਨ ਕੇ ਅਧਿਕਾਰੀ। ਢੋਲ ਅਨਪੜ੍ਹ, ਸ਼ੂਦਰ ਔਰ ਔਰਤ, ਇਹਨਾਂ ਸਾਰਿਆਂ ਨੂੰ ਹਮੇਸ਼ਾ ਤਾੜਨ ਦੇ ਅਧਿਕਾਰੀ। ਢੋਰ ਪਸ਼ੂ, ਔਰਤ ਸ਼ੂਦਰ ਨੀਵੀਂ ਜਾਤੀ ਦਾ ਮਨੁੱਖ, ਔਰ ਅਨਪੜ੍ਹ ਵਿਅਕਤੀ, ਇਹ ਸਾਰੇ ਤਾੜਨ ਦੇ ਅਧਿਕਾਰੀ ਨੇ ਕਿ ਇਹਨਾਂ ਨੂੰ ਕੁੱਟ ਪੈਣੀ ਚਾਹੀਦੀ। ਪਰ ਉਸੇ ਹੀ ਤੁਲਸੀ ਦੀ ਰਚਨਾ ਦੇ ਵਿੱਚ ਜਦੋਂ ਅਸੀਂ ਕਿਸੇ ਸ਼ਖਸੀਅਤ ਦੀ ਗੱਲ ਕਰਨੀ ਹੁੰਦੀ ਹੈ ਤੇ ਫਿਰ ਅਸੀਂ ਕਹਿੰਦੇ ਹਾਂ, ਤੁਲਸੀ ਕਹਿੰਦੇ ਨੇ, ਜਨਨੀ ਜਨੇ ਤਾਂ ਭਗਤ ਜਨ ਕਹਿ ਦਾਤਾ ਕਹਿ ਸੂਰ, ਨਹੀਂ ਤਾਂ ਜਨਨੀ ਬਾਝ ਰਹੇ ਕਾਹੇ ਗਵਾਵੇ ਨੂਰ। ਪਰ ਉੱਥੇ ਅਸੀਂ ਇਹ ਨਹੀਂ ਸਮਝਦੇ ਕਿ ਜਿਸ ਪ੍ਰਮਾਣ ਦੀ ਤੁਲਸੀ ਵਰਤੋਂ ਕਰ ਰਹੇ ਨੇ ਉਹਦੇ ਵਿੱਚ ਕਹਿੰਦੇ ਨੇ ਕਿ ਔਰਤ ਦੀ ਕੁੱਖ ਦੇ ਵਿੱਚੋਂ ਜੇ ਜਨਮ ਲਵੇ ਪੁੱਤਰ, ਤੇ ਉਹਦੇ ਵਿੱਚ ਤਿੰਨਾਂ ਚੋਂ ਇੱਕ ਗੁਣ ਜ਼ਰੂਰ ਹੋਣਾ ਚਾਹੀਦਾ ਹੈ, ਜਾਂ ਉਹ ਦਾਤਾ ਹੋਵੇ ਤੇ ਜਾਂ ਉਹ ਸੂਰਮਾ ਹੋਵੇ, ਪਰਉਪਕਾਰੀ ਨਾ ਹੋਵੇ। ਪਰ ਦਾਤਾ ਔਰ ਸੂਰਮਾ ਤੁਲਸੀ ਦੇ ਧਰਮ ਵਿਚਾਰਧਾਰਾ ਦੇ ਪੱਖ ਦੇ ਮੁਤਾਬਕ ਸ਼ੂਦਰ ਦੀ ਕੁੱਖ ਚੋਂ ਜਨਮ ਨਹੀਂ ਲੈ ਸਕਦਾ। ਮਨੂ ਸਿਮਰਤੀ ਔਰ ਚਾਣਕਿਆ ਦੇ ਮੁਤਾਬਕ ਸ਼ੂਦਰ ਨਾ ਦਾਨੀ ਹੋ ਸਕਦਾ ਹੈ, ਨਾ ਸ਼ੂਦਰ ਰਾਜਾ ਹੋ ਸਕਦਾ ਹੈ। ਇਸ ਦਾ ਮਤਲਬ ਕਿ ਜੇ ਚੰਗੇ ਮਨੁੱਖ ਨੂੰ ਜਨਮ ਦੇ ਸਕਦੀ ਹੈ ਤੇ ਉੱਚੀ ਕੁਲ ਦੀ ਔਰਤ, ਤੁਲਸੀ ਦਾ ਕਹਿਣ ਤੋਂ ਭਾਵ ਇਹ ਹੈ। ਪਰ ਗੁਰਬਾਣੀ ਇਸ ਗੱਲ ਨੂੰ ਨਹੀਂ ਮੰਨਦੀ। ਇਸ ਸਮੁੱਚੀ ਫਿਲਾਸਫੀ ਨੂੰ ਸਮਝਣਾ ਹੈ। ਜਦੋਂ ਅਸੀਂ ਕਿਸੇ ਘਰ ਦੇ ਵਿੱਚ ਵੇਖਦੇ ਹਾਂ ਕਿ ਪੁੱਤਰ ਕੋਈ ਬੁਰਾ ਕਰਮ ਕਰ ਰਿਹਾ ਹੈ,
ਤੇ ਮਾਂ ਨੂੰ ਦੋਸ਼ੀ ਬਣਾ ਦਿੱਤਾ ਜਾਂਦਾ ਹੈ, ਤੇ ਗੁਰਬਾਣੀ ਤੇ ਪ੍ਰਮਾਣ ਕੀ ਦਿੱਤੇ ਜਾਂਦੇ ਨੇ? ਅਸੀਂ ਪ੍ਰਮਾਣ ਦਿੰਦੇ ਹਾਂ ਕਿ ਜਿਸ ਮਨੁੱਖ ਦੇ ਮਨ ਦੇ ਵਿੱਚ ਨਾਮ ਦਾ ਗਿਆਨ ਪ੍ਰਗਟ ਨਹੀਂ ਹੋਇਆ, ਤਿਨ ਮਾਤ ਕੀਜੇ ਹਰ ਬਾਂਝ। ਗੁਰਬਾਣੀ ਦਾ ਪ੍ਰਮਾਣ ਕਿ ਉਸ ਦੀ ਮਾਂ ਨੂੰ ਬੱਚੇ ਨੂੰ ਜਨਮ ਹੀ ਨਹੀਂ ਦੇਣਾ ਚਾਹੀਦਾ। ਹੁਣ ਖਿਆਲ ਕਰਿਓ, ਜੇ ਇਹ ਗੱਲ ਸੰਸਾਰਿਕ ਮਾਂ ਦੀ ਹੋਵੇ ਤੇ ਫਿਰ ਜਨਮ ਤਾਂ ਦਿੱਤਾ ਜਾ ਚੁੱਕਾ ਹੈ। ਜਿਹੜਾ ਮਨੁੱਖ ਸੰਸਾਰ ਤੇ ਨਾਮ ਨਹੀਂ ਜਪਿਆ, ਜੇ ਉਹਦੇ ਨਾਮ ਨਾ ਜਪਣ ਦੇ ਵਿੱਚ ਮਾਂ ਦਾ ਕਸੂਰ ਹੈ, ਤੇ ਫਿਰ ਮਾਂ ਨੂੰ ਬਾਂਝਪਨ ਕਿਉਂ ਹੋ ਸਕਦਾ? ਉਹਦੀ ਕੁੱਖ ਚੋਂ ਪੈਦਾ ਹੋਣ ਵਾਲਾ ਦੂਸਰਾ ਪੁੱਤਰ ਨਾਮ ਜਪਣ ਵਾਲਾ ਹੋਵੇ। ਸਾਡੇ ਇਤਿਹਾਸ ਦੇ ਵਿੱਚ, ਸਾਡੀ ਗੁਰਮਤਿ ਵਿਚਾਰਧਾਰਾ ਦੇ ਵਿੱਚ ਅਨੇਕਾਂ ਉਦਾਹਰਨਾਂ ਨੇ। ਵੱਡਾ ਪੁੱਤਰ ਪ੍ਰਿਥੀ ਚੰਦ ਨਾਮ ਨਹੀਂ ਜਪਦਾ, ਗੁਰਮਤਿ ਮਰਿਆਦਾ ਦੇ ਵਿਰੋਧ ਦੇ ਵਿੱਚ ਹੈ, ਗੁਰੂ ਘਰ ਦੀ ਰੀਤੀ ਜਿਹੜੀ ਹੈ ਉਹਦੇ ਵਿਰੋਧ ਦੇ ਵਿੱਚ ਹੈ, ਗੁਰਬਾਣੀ ਪਰੰਪਰਾਵਾਂ ਦੇ ਵਿਰੋਧ ਦੇ ਵਿੱਚ ਹੈ, ਸੰਗਤ ਦਾ ਸਤਿਕਾਰ ਨਹੀਂ ਕਰਦਾ। ਤੇ ਇਸ ਦਾ ਮਤਲਬ ਕਿ ਅਸੀਂ ਉਹ ਦੋਸ਼ ਪ੍ਰਿਥੀ ਚੰਦ ਦੀ ਮਾਤਾ ਦੇ ਉੱਪਰ ਲਾਵਾਂਗੇ। ਮਾਤਾ ਤਾਂ ਗੁਰੂ ਘਰ ਦੇ ਮਹਿਲ ਨੇ, ਪਰ ਉਸੇ ਕੁੱਖ ਦੇ ਵਿੱਚੋਂ ਗੁਰੂ ਅਰਜਨ ਸਾਹਿਬ ਪੈਦਾ ਹੁੰਦੇ ਨੇ, ਛੋਟੇ ਨੇ। ਹੁਣ ਜੇ ਇਸ ਨਿਯਮ ਨੂੰ, ਇਸ ਰੂਲ ਨੂੰ ਅਸੀਂ ਇੱਥੇ ਅਪਲਾਈ ਕਰਕੇ ਵੇਖੀਏ ਕਿ ਜਿਨ੍ਹਾਂ ਦੇ ਹਿਰਦਿਆਂ ਦੇ ਵਿੱਚ ਨਾਮ ਪ੍ਰਗਟ ਨਹੀਂ ਹੁੰਦਾ, ਤਿਨ ਮਾਤ ਕੀਜੇ ਹਰ ਬਾਂਝਾ, ਤੇ ਜੇ ਇਹ ਸੰਸਾਰਿਕ ਮਾਂ ਦੀ ਗੱਲ ਹੋਵੇ ਤੇ ਫਿਰ ਤੁਸੀਂ ਪ੍ਰਿਥੀ ਚੰਦ ਤੇ ਗੁਰੂ ਅਰਜਨ ਸਾਹਿਬ ਨੂੰ ਵੇਖ ਲਓ, ਇੱਕੋ ਹੀ ਮਾਂ ਦੀ ਕੁੱਖ ਦੇ ਵਿੱਚੋਂ ਜਨਮ ਲੈ ਰਹੇ ਨੇ, ਪਰ ਇੱਕ ਗੁਰਤਾ ਪਦਵੀ ਦੇ ਅਧਿਕਾਰੀ ਹੁੰਦੇ ਨੇ, ਗੁਰੂ ਪਦ ਦੇ ਉੱਪਰ ਪਹੁੰਚਦੇ ਨੇ, ਤੇ ਦੂਜੇ ਨੂੰ ਅੱਜ ਵੀ ਪੂਰੇ ਨਾਮ ਦੇ ਨਾਲ ਵੀ ਨਹੀਂ ਬੁਲਾਉਂਦੇ, ਬਲਕਿ ਸਿੱਖ ਪ੍ਰਿਥੀ ਚੰਦ ਨੂੰ ਆਪਣੀ ਨਫ਼ਰਤ ਦੀ ਨਜ਼ਰ ਦੇ ਵਿੱਚ ਪ੍ਰਿਥੀਆ ਕਹਿ ਕੇ ਸੰਬੋਧਿਤ ਹੁੰਦਾ। ਹੁਣ ਦੋਵੇਂ ਜਨਮ ਤਾਂ ਇੱਕੋ ਮਾਂ ਦੀ ਕੁੱਖ ਦੇ ਵਿੱਚੋਂ ਲੈਂਦੇ ਨੇ, ਤੇ ਫਿਰ ਕੀ ਇਹ ਜਿਹੜਾ ਸ਼ਬਦ ਹੈ ਦੁਨਿਆਵੀ ਮਾਂ ਨੂੰ ਸੰਬੋਧਿਤ ਹੈ? ਜੇ ਇਹ ਸਾਰੇ ਵਰਤਾਰੇ ਨੂੰ ਸਮਝਣਾ ਹੈ ਤੇ ਭਾਈ ਸਾਹਿਬ ਭਾਈ ਗੁਰਦਾਸ ਦੀ ਇੱਕ ਵਾਰ ਉਹਨੂੰ ਸਮਝਣ ਦਾ ਯਤਨ ਕਰੀਏ। ਭਾਈ ਸਾਹਿਬ ਭਾਈ ਗੁਰਦਾਸ ਬੜੀ ਪਿਆਰੀ ਪ੍ਰਮਾਣ ਦੇ ਰੂਪ ਦੇ ਵਿੱਚ ਵਾਰ ਰੱਖਦੇ ਨੇ। ਸੰਚਿਤ ਸਲਲ ਬਹੁ ਬਰਨ ਬਨਾਸਪਤ। ਸਲਲ ਪਾਣੀ ਨੂੰ ਕਿਹਾ ਜਾਂਦਾ ਹੈ, ਸਿੰਚਾਈ ਸਿੰਜਣਾ। ਸੰਚਿਤ ਸਲਲ ਬਹੁ ਬਰਨ ਬਨਾਸਪਤ, ਚੰਦਨ ਸੁਬਾਸ ਏਕ ਚੰਦਨ ਕੇ ਜਾਣੇ। ਕਹਿੰਦੇ ਕਿ ਸਾਰੇ ਜੰਗਲ ਦੇ ਵਿੱਚ, ਸਾਰੀ ਬਨਸਪਤੀ ਦੇ ਵਿੱਚ, ਸਾਰੇ ਰੁੱਖਾਂ ਦੇ ਉੱਪਰ ਬਾਰਿਸ਼ ਬਰਾਬਰ ਹੋ ਰਹੀ, ਪਰ ਸਾਰੇ ਰੁੱਖਾਂ ਦੇ ਵਿੱਚੋਂ ਸੁਗੰਧੀ ਨਹੀਂ ਆਉਂਦੀ। ਸਾਰੇ ਰੁੱਖਾਂ ਦੇ ਵਿੱਚੋਂ ਸੁਗੰਧੀ ਨਹੀਂ ਆਉਂਦੀ। ਸੁਗੰਧ ਕੇਵਲ ਉਹਨਾਂ ਰੁੱਖਾਂ ਦੇ ਵਿੱਚੋਂ ਹੀ ਆਉਂਦੀ ਹੈ ਜਿਹੜੇ ਰੁੱਖ ਚੰਦਨ ਦੇ ਕੋਲ ਹੁੰਦੇ। ਹੁਣ ਇਸ ਪ੍ਰਮਾਣ ਨੂੰ ਅਸੀਂ ਇਤਿਹਾਸਕ ਵਰਤਾਰੇ ਦੇ ਰੂਪ ਦੇ ਵਿੱਚ ਵੇਖੀਏ ਤੇ ਭਾਈ ਸਾਹਿਬ ਭਾਈ ਗੁਰਦਾਸ ਨੇ ਤਿੰਨ ਸ਼ਖਸੀਅਤਾਂ ਦੇ ਵਾਸਤੇ ਸ਼ਬਦ ਵਰਤਿਆ ਹੈ, ਸ਼ਬਦ ਵਿਚਾਰੀ। ਔਰ ਤਿੰਨੇ ਸ਼ਖਸੀਅਤਾਂ ਦਾ ਸੰਬੰਧ ਲਾਹੌਰ ਦੇ ਨਾਲ ਹੈ। ਇੱਕ ਨੇ ਭਾਈ ਸਾਈਂ ਦਿੱਤਾ ਔਰ ਭਾਈ ਸੈਦੋ। ਪੰਚਮ ਪਾਤਸ਼ਾਹ ਗੁਰੂ ਅਰਜਨ ਸਾਹਿਬ ਦੇ ਸਮੇਂ ਤੱਕ ਜੀਵਿਤ ਰਹੇ ਨੇ, ਔਰ ਗੁਰੂ ਘਰ ਦੇ ਨਾਲ ਉਹਨਾਂ ਦਾ ਸੰਬੰਧ ਤੀਸਰੇ ਪਾਤਸ਼ਾਹ ਦੇ ਸਮੇਂ ਜੁੜ ਗਿਆ। ਤੁਸੀਂ ਸ਼ਲੋਕ ਵਾਰਾਂ ਔਰ ਵਰਦੀਪ ਦੇ ਵਿੱਚ ਗੁਰੂ ਨਾਨਕ ਸੱਚੇ ਪਾਤਸ਼ਾਹ ਦੀ ਪਾਵਨ ਉਚਾਰੀ ਬਾਣੀ ਦੀ ਇੱਕ ਤੁਕ ਆਮ ਪੜ੍ਹਦੇ ਹੋ, ਲਾਹੌਰ ਸਹਿਰ ਜ਼ਹਿਰ ਕਹਿਰ ਸਵਾ ਪਹਿਰ। ਇੱਕ ਵਾਰੀ ਭਾਈ ਸਾਈਂ ਦਿੱਤਾ ਸਵਾਲ ਕਰਦਾ ਹੈ ਤੀਸਰੇ ਪਾਤਸ਼ਾਹ ਨੂੰ, ਪਾਤਸ਼ਾਹ ਅਸੀਂ ਵਾਸੀ ਤੇ ਲਾਹੌਰ ਦੇ ਹਾਂ, ਪਰ ਕੀ ਸਾਨੂੰ ਲਾਹੌਰ ਛੱਡ ਦੇਣਾ ਚਾਹੀਦਾ? ਲਾਹੌਰ ਸਹਿਰ ਜ਼ਹਿਰ ਕਹਿਰ ਸਵਾ ਪਹਿਰ ਗੁਰੂ ਨਾਨਕ ਸੱਚੇ ਪਾਤਸ਼ਾਹ ਸ਼ਲੋਕ 12 ਤੇ ਵਧੀਕ ਚ ਲਿਖਦੇ ਨੇ। ਤੇ ਪਾਤਸ਼ਾਹ ਨੇ ਬੜੀ ਪਿਆਰੀ ਗੱਲ ਸਮਝਾਈ ਕਿ ਲਾਹੌਰ ਸਹਿਰ ਜ਼ਹਿਰ ਉਹਨਾਂ ਦੇ ਵਾਸਤੇ ਹੈ ਜਿਹੜੇ ਲੋਕਾਂ ਦੇ ਉੱਪਰ ਜ਼ਬਰ ਜ਼ੁਲਮ ਕਰਦੇ ਨੇ, ਜਿਹੜੇ ਮਨੁੱਖਤਾ ਤੋਂ ਹੀਣੇ ਕਰਮ ਕਰਦੇ ਨੇ, ਜਿਹੜੇ ਨੈਤਿਕ ਕਦਰਾਂ ਕੀਮਤਾਂ ਤੋਂ ਨੀਵੇਂ ਕਾਰਜ ਕਰਦੇ ਨੇ, ਉਹਨਾਂ ਦੇ ਵਾਸਤੇ ਲਾਹੌਰ ਸਹਿਰ ਜ਼ਹਿਰ ਕਹਿਰ ਹੈ। ਪਰ ਉਸੇ ਸ਼ਹਿਰ ਦੇ ਵਿੱਚ ਜੇ ਕੋਈ ਸਿੱਖ ਆਤਮਿਕ ਆਨੰਦ ਦੇ ਨਾਲ ਜੁੜਿਆ ਹੈ
ਤੇ ਉਸ ਦੇ ਬਾਰੇ ਗੁਰਦੇਵ ਪਾਤਸ਼ਾਹ ਤੀਸਰੇ ਪਾਤਸ਼ਾਹ ਕਹਿੰਦੇ ਨੇ, ਲਾਹੌਰ ਸ਼ਹਿਰ ਅੰਮ੍ਰਿਤਸਰ ਸਿਫਤੀ ਦਾ ਘਰ। ਹੁਣ ਇਸ ਦਾ ਮਤਲਬ ਹੈ ਕਿ ਸ਼ਹਿਰ ਤੇ ਲਾਹੌਰ ਹੀ ਹੈ, ਪਰ ਉਹਦੇ ਵਿੱਚ ਜੇ ਕੋਈ ਬੁਰਾ ਵਿਅਕਤੀ ਰਹਿ ਰਿਹਾ ਹੈ ਤੇ ਉਹਦੇ ਵਾਸਤੇ ਉਹ ਜ਼ਹਿਰ ਭਰਪੂਰ ਹੈ, ਪਰ ਉਹਦੇ ਵਿੱਚ ਕੋਈ ਚੰਗੀ ਆਤਮਾ ਰਹਿ ਰਹੀ ਹੈ ਤੇ ਅੰਮ੍ਰਿਤ ਦਾ ਸਰ। ਸ਼ਹਿਰ ਤਾਂ ਉਸ ਦੀ ਗੱਲ ਹੋ ਰਹੀ ਹੈ। ਹੁਣ ਇਹ ਉਸ ਸ਼ਹਿਰ ਦੇ ਵਰਤਾਰੇ ਤੋਂ ਬਾਹਰ ਨਿਕਲ ਕੇ ਵੇਖੀ ਕਿ ਦੁਨੀਆ ਦੇ ਕਿਸੇ ਵੀ ਖਿੱਤੇ ਦੇ ਵਿੱਚ, ਕਿਸੇ ਵੀ ਜਗ੍ਹਾ ਜੇ ਕੋਈ ਵਿਅਕਤੀ ਬੁਰੀ ਜਗ੍ਹਾ ਦੇ ਉੱਪਰ ਚੰਗਾ ਵਿਅਕਤੀ ਵੀ ਹੋ ਸਕਦਾ ਹੈ, ਔਰ ਚੰਗੀਆਂ ਥਾਵਾਂ ਦੇ ਉੱਪਰ ਬੁਰੇ ਵਿਅਕਤੀ ਵੀ ਹੋ ਸਕਦੇ। ਚੋਰਾਂ ਦੀ ਮੰਡਲੀ ਦੇ ਵਿੱਚ ਕੋਈ ਸਾਧ ਵੀ ਹੋ ਸਕਦਾ ਹੈ ਤੇ ਸਤ ਸੰਗਤ ਦੇ ਵਿੱਚ ਕੋਈ ਚੋਰ ਵੀ ਬੈਠਾ ਹੋ ਸਕਦਾ ਹੈ। ਇਹ ਗੱਲ ਕੁਦਰਤਨ ਹੈ। ਇਹੀ ਭਾਈ ਸੈਦੋ ਔਰ ਭਾਈ ਸਾਈਂ ਦਸਾ ਪੰਚਮ ਪਾਤਸ਼ਾਹ ਗੁਰੂ ਅਰਜਨ ਸਾਹਿਬ ਦੇ ਸਮੇਂ ਤੱਕ ਜੀਵਤ ਰਹੇ, ਤੇ ਪੰਚਮ ਪਾਤਸ਼ਾਹ ਗੁਰੂ ਅਰਜਨ ਸਾਹਿਬ ਨੇ ਇਹਨਾਂ ਨੂੰ ਵੀ ਇੱਕ ਗੱਲ ਕਹੀ ਸੀ ਕਿ ਤੁਸੀਂ ਲਾਹੌਰ ਸ਼ਹਿਰ ਦੇ ਵਿੱਚ ਰਹਿੰਦਿਆਂ ਵੀ ਇੰਨੇ ਆਤਮਿਕ ਆਨੰਦ ਦੇ ਵਿੱਚ ਇਸ ਕਰਕੇ ਹੋ ਕਿਉਂਕਿ ਤੁਸੀਂ ਸ਼ਬਦ ਵਿਚਾਰੀ ਹੋ, ਤੁਸੀਂ ਸ਼ਬਦ ਦੀ ਵਿਚਾਰ ਕਰਦੇ ਹੋ। ਹੁਣ ਅਗਲੇ ਜਿਹੜੇ ਤੀਸਰੇ ਸਿੱਖ ਨੇ ਉਹ ਨੇ ਭਾਈ ਭਾਨੂ ਜੀ। ਉਹਨਾਂ ਦੇ ਬਾਰੇ ਵੀ ਸ਼ਬਦ ਭਾਈ ਸਾਹਿਬ ਭਾਈ ਗੁਰਦਾਸ ਦੀਆਂ ਵਾਰਾਂ ਦੇ ਵਿੱਚ ਸ਼ਬਦ ਵਿਚਾਰੀ ਆਇਆ। ਪਰ ਭਾਈ ਭਾਨੂ ਜੀ ਪ੍ਰਚਾਰਕ ਨੇ। ਲਾਹੌਰ ਸ਼ਹਿਰ ਦੇ ਲੋਕ ਪੰਚਮ ਪਾਤਸ਼ਾਹ ਨੂੰ ਆ ਕੇ ਸ਼ਿਕਾਇਤ ਕਰਦੇ ਨੇ, ਪਾਤਸ਼ਾਹ ਮਜ਼ੰਗਾ ਦੇ ਮੁਹੱਲੇ ਦੇ ਵਿੱਚ ਰਹਿਣ ਵਾਲੇ ਲੋਕ ਜਿਹੜੇ ਨੇ ਬੜੇ ਸਖਤ ਸੁਭਾਅ ਦੇ ਨੇ ਤੇ ਆਮ ਗਰੀਬੜੇ ਸਿੱਖਾਂ ਨੂੰ ਬੜਾ ਤੰਗ ਕਰਦੇ ਨੇ। ਹੁਣ ਦੋ ਗੱਲਾਂ ਸਾਹਮਣੇ ਆ ਗਈਆਂ ਕਿ ਸਖਤ ਸੁਭਾਅ ਦੇ ਲੋਕ ਮਾਨਸਿਕ ਤੌਰ ਤੇ ਜ਼ਹਿਰ ਕਹਿਰ ਵਾਲੀ ਅਵਸਥਾ ਦੇ ਵਿੱਚ ਨੇ, ਤੇ ਆਤਮਿਕ ਆਨੰਦ ਵਾਲੇ ਜਿਹੜੇ ਸਿੱਖ ਨੇ ਉਹ ਅੰਮ੍ਰਿਤਸਰ ਦੀ ਅਵਸਥਾ ਵਾਲੇ ਨੇ। ਪਾਤਸ਼ਾਹ ਕੋਈ ਪ੍ਰਚਾਰਕ ਭੇਜੋ ਕਿ ਉਹਨਾਂ ਨੂੰ ਵੀ ਗੁਰਮਤ ਵਿਚਾਰਧਾਰਾ ਸਮਝਾਈ ਜਾ ਸਕੇ। ਤੇ ਪੰਚਮ ਪਾਤਸ਼ਾਹ ਭੇਜਦੇ ਨੇ ਭਾਈ ਭਾਨੂ ਜੀ। ਭਾਈ ਭਾਨੂ ਜੀ ਉੱਥੇ ਸਿੱਖੀ ਦਾ ਪ੍ਰਚਾਰ ਕਰਦੇ ਨੇ, ਔਰ ਐਸਾ ਪ੍ਰਚਾਰ ਕਰਦੇ ਨੇ ਕਿ ਮਜ਼ੰਗਾ ਦੇ ਮੁਹੱਲੇ ਦੇ ਲੋਕ ਜਿਹੜੇ ਇੰਨੇ ਸਖਤ ਔਰ ਜ਼ਾਬਰ ਸੁਭਾਅ ਦੇ ਸੀ ਉਹ ਵੀ ਸਿੱਖੀ ਦੇ ਦਾਇਰੇ ਚ ਆ ਜਾਂਦੇ ਨੇ। ਸਿੱਖ ਸਵਾਲ ਵੀ ਕਰਦੇ ਨੇ, ਪਾਤਸ਼ਾਹ ਅਸੀਂ ਵੀ ਉਸੇ ਰਹਿੰਦੇ ਸੀ, ਅਸੀਂ ਉਹਨਾਂ ਲੋਕਾਂ ਨੂੰ ਸਿੱਖੀ ਦੇ ਦਾਇਰੇ 'ਚ ਨਹੀਂ ਲਿਆ ਸਕੇ, ਭਾਈ ਭਾਨੂ ਕਿਵੇਂ ਲੈ ਆਇਆ? ਤੇ ਪਾਤਸ਼ਾਹ ਕਹਿੰਦੇ ਨੇ ਭਾਈ ਭਾਨੂ ਇਸ ਕਰਕੇ ਲੈ ਆਇਆ ਕਿਉਂਕਿ ਉਹ ਸੰਗਤ ਦੇ ਵਿੱਚ ਸ਼ਬਦ ਦੀ ਵਿਚਾਰ ਕਰਨ ਤੋਂ ਪਹਿਲਾਂ ਉਸ ਵਿਚਾਰ ਦੇ ਉੱਪਰ ਆਪ ਚੱਲਣ ਦਾ ਯਤਨ ਕਰਦਾ ਹੈ। ਪ੍ਰਥਮੇ ਮਨ ਪਰ ਬੋਧੇ ਆਪਣਾ, ਪਾਛੇ ਅਵਰ ਰਚਾਏ। ਸੋ ਸ਼ਬਦ ਦੀ ਵਿਚਾਰ ਦੇ ਉੱਪਰ ਆਪਣੇ ਜੀਵਨ ਨੂੰ ਚਲਾਉਣਾ ਪ੍ਰਚਾਰਕ ਵਾਸਤੇ ਵੀ ਉਨਾ ਜ਼ਰੂਰੀ ਹੈ ਜਿੰਨਾ ਸੰਗਤ ਦੇ ਵਾਸਤੇ ਜਿਹਨੂੰ ਉਪਦੇਸ਼ ਕੀਤਾ ਜਾ ਰਿਹਾ। ਹੁਣ ਭਾਈ ਸਾਹਿਬ ਭਾਈ ਗੁਰਦਾਸ ਕਹਿੰਦੇ ਨੇ ਕਿ ਜਿਸ ਤਰ੍ਹਾਂ ਦੇ ਨਾਲ ਇੱਕ ਜੰਗਲ ਦੇ ਵਿੱਚ ਬਰਸਾਤ ਹੋ ਰਹੀ ਹੁੰਦੀ ਹੈ ਪਰ ਸਾਰੇ ਬੂਟਿਆਂ 'ਚੋਂ ਸੁਗੰਧ ਨਹੀਂ ਆਉਂਦੀ, ਸੁਗੰਧ ਕੇਵਲ ਉਹਨਾਂ ਰੁੱਖਾਂ ਦੇ ਵਿੱਚੋਂ ਆਉਂਦੀ ਹੈ ਜਿਹੜੇ ਚੰਦਨ ਦੇ ਕੋਲ ਨੇ। ਇਸੇ ਤਰ੍ਹਾਂ ਕਈ ਵਾਰੀ ਸਤ ਸੰਗਤ ਦੇ ਵਿੱਚ ਬੈਠੇ ਸਾਰੇ ਹੀ ਵਿਅਕਤੀ ਸ਼ਬਦ ਦੀ ਵਿਚਾਰ ਨੂੰ ਸੁਣ ਤਾਂ ਰਹੇ ਹੁੰਦੇ ਨੇ, ਜੀਵਨ 'ਚ ਤਬਦੀਲੀ ਇਸ ਕਰਕੇ ਨਹੀਂ ਆਉਂਦੀ ਕਿਉਂਕਿ ਜੀਵਨ 'ਚ ਸ਼ਬਦ ਦੀ ਵਿਚਾਰ ਕਰ ਨਹੀਂ ਰਹੇ, ਕੇਵਲ ਸੁਣ ਰਹੇ ਹੁੰਦੇ ਨੇ। ਤੇ ਉਹਨਾਂ ਦੀ ਅਵਸਥਾ ਇਸ ਤਰ੍ਹਾਂ ਦੀ ਬਣ ਜਾਂਦੀ ਹੈ ਕਿ ਕੋਈ ਵੀ ਰੁੱਖ ਚੰਦਨ ਦੇ ਕੋਲ ਹੋਵੇ ਉਹਦੇ 'ਚ ਸੁਗੰਧ ਆਉਂਦੀ ਹੈ। ਇੱਕ ਰੁੱਖ ਹੈ ਜਿਹੜਾ ਚੰਦਨ ਦੇ ਕੋਲ ਰਹਿ ਕੇ ਵੀ ਉਸ ਸੁਗੰਧ ਨੂੰ ਧਾਰਨ ਨਹੀਂ ਕਰ ਸਕਦਾ, ਉਹ ਹੈ ਬਾਂਸ। ਚੰਦਨ ਕੇ ਨਿਕਟੇ ਬਸੇ ਬਾਂਸ ਸੁਗੰਧ ਨਾ ਹੋਏ। ਬਾਂਸ ਉਸ ਸੁਗੰਧ ਨੂੰ ਕਿਉਂ ਨਹੀਂ ਲੈ ਸਕਦਾ? ਕਿਉਂਕਿ ਉਹਦੇ ਬਾਹਰੀ ਚਮੜੀ ਦੇ ਵਿੱਚ ਅਕੜਾਅ ਦਾ ਸੁਭਾਅ ਹੈ, ਕੋਮਲਤਾ ਨਹੀਂ। ਸੋ ਜਿਸ ਨੇ ਵੀ ਇਸ ਗੁਰਬਾਣੀ ਦੇ ਚੰਦਨ ਰੂਪੀ ਬੂਟੇ ਤੋਂ ਚੰਦਨ ਦੀ ਸੁਗੰਧ ਲੈਣੀ ਹੈ ਉਹੀ ਲੈ ਸਕਦਾ ਹੈ ਜਿਸ ਦੇ ਜੀਵਨ ਦੇ ਵਿੱਚ ਸ਼ਬਦ ਨੂੰ ਵਿਚਾਰ ਦੀ ਕੋਮਲਤਾ ਹੈ। ਨਹੀਂ ਤੇ ਗੁਰੂ ਘਰ ਦੇ ਵਿੱਚ ਸ਼੍ਰੀ ਚੰਦ ਵੀ ਪੈਦਾ ਹੁੰਦਾ ਹੈ, ਗੁਰੂ ਘਰ ਦੇ ਵਿੱਚ ਪ੍ਰਿਥੀ ਚੰਦ ਵੀ ਪੈਦਾ ਹੁੰਦਾ ਹੈ। ਉਸ ਚੰਦਨ ਤੋਂ ਸੁਗੰਧ ਲੈ ਕੇ ਆਈ ਸੰਗਤ ਦਾ ਆਪਣਾ ਜੀਵਨ ਸੁਧਾਰ ਲੈਂਦੀ ਹੈ, ਪਰ ਘਰ 'ਚ ਪੈਦਾ ਹੋਏ ਜਿਹੜੇ ਪੁੱਤਰ ਨੇ ਉਹ ਉਹਨਾਂ ਗੁਣਾਂ ਨੂੰ ਗ੍ਰਹਿਣ ਨਹੀਂ ਕਰਦੇ, ਜਿਸ ਦੇ ਬਾਰੇ ਭੱਟ ਸਾਹਿਬਾਨ ਨੂੰ ਗੁਰਬਾਣੀ 'ਚ ਵੀ ਕਹਿਣਾ ਪੈਂਦਾ, ਪੁੱਤਰੀ ਕੌਲ ਨਾ ਪਾਲਿਓ ਕਰ ਪੀਰੋ ਕਰਨ ਮੁਰਟੀਏ। ਮੋਹਣ ਦੇ ਵਾਸਤੇ ਕਮਲਾ ਸ਼ਬਦ ਭਾਈ ਸਾਹਿਬ ਭਾਈ ਗੁਰਦਾਸ ਨੇ ਵਰਤਿਆ।
ਸੋ ਇਸ ਦਾ ਮਤਲਬ ਕਿ ਇਹ ਕਹਿ ਦੇਣਾ ਕਿ ਜੇ ਕੋਈ ਬੱਚਾ ਕੁਰਾਹੇ ਪੈ ਗਿਆ ਹੈ ਤੇ ਉਹਦੇ ਪਿੱਛੇ ਉਹਦੀ ਜਨਮ ਦੇਣ ਵਾਲੀ ਮਾਂ ਦੋਸ਼ੀ ਹੈ, ਇਹ ਗੱਲ ਬਿਲਕੁਲ ਗਲਤ ਹੈ। ਕਿਉਂਕਿ ਗੁਰੂ ਘਰਾਂ ਦੇ ਵਿੱਚ, ਗੁਰੂ ਪਰਿਵਾਰਾਂ ਦੇ ਵਿੱਚ ਵੀ ਐਸੇ ਬੱਚਿਆਂ ਨੇ ਜਨਮ ਲਿਆ ਹੈ ਜਿਨ੍ਹਾਂ ਨੇ ਗੁਰਮਤਿ ਵਿਚਾਰਧਾਰਾ ਨੂੰ ਧਾਰਨ ਨਹੀਂ ਕੀਤਾ। ਅਗਲੀ ਗੱਲ ਭਾਈ ਸਾਹਿਬ ਭਾਈ ਗੁਰਦਾਸ ਕਹਿੰਦੇ ਨੇ, ਪਰਬਤ ਵਿਖੇ ਉਤਪਤ ਹੋਤ ਅਸ਼ਟ ਧਾਤ, ਪਾਰਸ ਸਮਾਨ ਇੱਕ ਕੰਚਨ ਕਹਿ ਜਾਨੀ। ਹੁਣ ਕੰਚਨ ਬਖਾਨੀਏ ਸ਼ਬਦ ਵੀ ਆਉਂਦਾ ਹੈ, ਕੰਚਨ ਜਾਨੀ ਵੀ ਆਉਂਦਾ। ਉਹ ਕਹਿੰਦੇ ਨੇ ਕਿ ਪਰਬਤ ਵਿਖੇ ਉਤਪਤ ਹੋਤ ਅਸ਼ਟ ਧਾਤ, ਕਈ ਤਰ੍ਹਾਂ ਦੀਆਂ ਧਾਤਾਂ, ਮੈਟਲਸ ਜਿਹੜੀਆਂ ਨੇ ਉਹ ਜ਼ਮੀਨ ਚੋਂ ਨਿਕਲਦੀਆਂ ਨੇ, ਪਰ ਸਾਰੀਆਂ ਸੋਨਾ ਨਹੀਂ ਹੁੰਦੀਆਂ। ਇੱਥੇ ਪ੍ਰਮਾਣ ਵਰਤਿਆ ਹੈ ਕਿ ਸੋਨਾ ਉਹ ਬਣਦਾ ਜਿਹੜਾ ਪਾਰਸ ਦੇ ਕੋਲ ਹੈ। ਤੇ ਜਿਹੜੀ ਮਾਈਥੋਲੋਜੀ ਹੈ ਉਹਦੇ ਵਿੱਚ ਲੋਕਾਂ ਨੂੰ ਇਹ ਦੱਸਿਆ ਜਾਂਦਾ ਹੈ ਕਿ ਪਾਰਸ ਇੱਕ ਪੱਥਰ ਹੈ ਜਿਹੜਾ ਲੋਹੇ ਨੂੰ ਲਗਾ ਦਿੱਤਾ ਜਾਵੇ ਤੇ ਸੋਨਾ ਬਣਾ ਦਿੰਦਾ, ਪਰ ਇਹ ਅਸਲੀਅਤ ਦੇ ਵਿੱਚ ਨਹੀਂ ਹੈ। ਅਸਲੀਅਤ ਦੇ ਵਿੱਚ ਨਹੀਂ ਹੈ। ਜੇ ਕਿਤੇ ਦੁਨੀਆ ਦੇ ਵਿੱਚ ਕੋਈ ਐਸਾ ਪੱਥਰ ਹੁੰਦਾ ਤਾਂ ਦੁਨੀਆ ਦਾ ਕੋਈ ਵਿਅਕਤੀ ਕਰੀਬ ਨਾ। ਪਾਰਸ ਸ਼ਬਦ ਦੇ ਅਰਥ ਭਾਈ ਕਾਹਨ ਸਿੰਘ ਨਾਭਾ ਨੇ ਮਹਾਨ ਕੋਸ਼ ਦੇ ਵਿੱਚ ਕੀਤੇ ਨੇ, ਉਹ ਹੈ ਫਿਲਾਸਫਰਸ ਸਟੋਨ, ਚੇਤਨਤਾ ਦਾ ਪੱਥਰ। ਹੁਣ ਚੇਤਨਤਾ ਹੈ ਕਿਸ ਦੇ ਕੋਲ? ਗੁਰੂ ਦੇ ਕੋਲ, ਕਿਉਂਕਿ ਗੁਰੂ ਹਰ ਵੇਲੇ ਜਾਗ ਰਿਹਾ। ਸਤਿਗੁਰ ਜਾਗਤਾ ਹੈ ਦੇਵ। ਗੁਰੂ ਦੇ ਕੋਲ ਹਰ ਪਲ ਚੇਤਨਤਾ ਹੈ। ਇਸ ਕਰਕੇ ਇਸ ਚੇਤਨਤਾ ਨੂੰ ਜਿਹੜਾ ਮਨੁੱਖ ਗ੍ਰਹਿਣ ਕਰਦਾ ਹੈ ਉਸ ਦੀ ਉਹ ਅਵਸਥਾ ਹੋ ਜਾਂਦੀ ਹੈ, ਗੁਰ ਪਾਰਸ ਹਮ ਲੋਹ ਮਿਲ ਕੰਚਨ ਹੁਆ ਰਾਮ। ਗੁਰੂ ਪਾਰਸ ਹੈ, ਗੁਰੂ ਚੇਤਨਤਾ ਦਾ ਸਰੋਤ ਹੈ, ਗੁਰੂ ਚੇਤਨਤਾ ਦਾ ਸੋਮਾ ਹੈ। ਪਾਰਸ ਕੋਈ ਪੱਥਰ ਨਹੀਂ। ਨਾ ਹੀ ਗੁਰੂ ਸਾਹਿਬ ਨੇ ਸਿੱਖ ਨੂੰ ਕਿਹਾ ਹੈ ਕਿ ਤੇਰੇ ਕੋਲ ਜ਼ਿਆਦਾ ਸੋਨੇ ਦੀ ਲੋੜ ਹੈ। ਪਾਤਸ਼ਾਹ ਤਾਂ ਕਹਿੰਦੇ ਨੇ ਕਿ ਆਪਣੀ ਮਾਨਸਿਕਤਾ ਨੂੰ ਇਸ ਅਵਸਥਾ 'ਚ ਲੈ ਕੇ ਆ ਜਿੱਥੇ ਕੰਚਨ ਲੋਹ ਸਮਾਨ। ਜੇ ਕੇਵਲ ਮੈਟਲ ਦੀ ਗੱਲ ਹੋਵੇ, ਮੁੱਲ ਦੀ ਗੱਲ ਹੋਵੇ, ਜਿਊਲਰੀ ਦੀ ਗੱਲ ਹੋਵੇ, ਤੇ ਪਾਤਸ਼ਾਹ ਕਹਿੰਦੇ ਨਹੀਂ, ਕੰਚਨ ਲੋਹ ਸਮਾਨ। ਲੋਹਾ ਔਰ ਸੋਨਾ ਤੇਰੀ ਮਾਨਸਿਕਤਾ ਦੇ ਵਿੱਚ ਇੱਕ ਬਰਾਬਰ ਹੋਣਾ ਚਾਹੀਦਾ ਹੈ, ਭਾਵ ਕਿ ਮਾਇਆ ਦੇ ਵਿੱਚ ਆਪਣੀ ਮਾਨਸਿਕਤਾ ਨੂੰ ਖਚਿਤ ਨਹੀਂ ਕਰਨਾ। ਸੋ ਪਾਰਸ ਦਾ ਜਿਹੜਾ ਅਰਥ ਹੈ ਉਹ ਹੈ ਚੇਤਨਤਾ ਦਾ ਸਰੋਤ। ਜਿਸ ਜਗ੍ਹਾ ਤੋਂ ਸਾਨੂੰ ਚੇਤਨਤਾ ਸ਼ਬਦ ਦੀ ਵਿਚਾਰ ਮਿਲਦੀ ਹੈ ਉਹ ਹੈ ਚੇਤਨਤਾ ਦਾ ਸਰੋਤ। ਉਸ ਦੇ ਵਾਸਤੇ ਭਾਈ ਸਾਹਿਬ ਭਾਈ ਗੁਰਦਾਸ ਕਹਿੰਦੇ ਨੇ, ਪਰਬਤ ਵਿਖੇ ਉਤਪਤ ਹੋਤ ਅਸ਼ਟ ਧਾਤ, ਪਾਰਸ ਸਮੀਪ ਇੱਕ ਕੰਚਨ ਬਖਾਨੀਏ। ਕਿ ਸੰਗਤ ਦੇ ਵਿੱਚ ਬਹੁਤ ਲੋਕ ਆਉਂਦੇ ਨੇ, ਜਿਸ ਤਰ੍ਹਾਂ ਜ਼ਮੀਨ ਦੇ ਵਿੱਚੋਂ ਬਹੁਤ ਧਾਤਾਂ ਪੈਦਾ ਹੁੰਦੀਆਂ ਨੇ, ਪਰ ਸੋਨਾ ਉਹ ਬਣ ਸਕਦਾ ਹੈ ਜਿਹੜਾ ਪਾਰਸ ਦੇ ਕੋਲ ਹੈ, ਜਿਹੜਾ ਆਪਣੇ ਗੁਰੂ ਦੇ ਕੋਲ ਹੈ। ਸੋਨੇ ਵਰਗੀ ਅਵਸਥਾ ਦੇ ਵਿੱਚ ਉਹ ਜਾ ਸਕਦਾ। ਹੁਣ ਜਿਹੜੇ ਸੋਨੇ ਵਰਗੀ ਅਵਸਥਾ ਦੇ ਵਿੱਚ ਗੁਰੂ ਦੇ ਕੋਲ ਰਹਿੰਦੇ ਹੋਏ ਵੀ ਨਹੀਂ ਜਾਂਦੇ ਤੇ ਉਹਦੇ ਪ੍ਰਤੀ ਮਾਂ ਨੂੰ ਦੋਸ਼ੀ ਕਹਿ ਦੇਣਾ, ਜਿਸ ਨੂੰ ਸਮਝਣਾ ਬਹੁਤ ਜ਼ਰੂਰੀ ਹੈ ਕਿ ਕੀ ਸੰਸਾਰਕ ਮਾਂ ਦਾ ਦੋਸ਼ ਹੈ? ਨਹੀਂ। ਇੱਥੇ ਜਿਹੜਾ ਤਿਨ ਮਾਤ ਕੀਜੇ ਹਰ ਬਾਂਝਾ, ਜਾਂ ਮਾਏ ਮੁੰਡੋ ਤਹਿ ਗੁਰੂ ਕੀ ਜਾਤੇ ਭਰਨ ਨਾ ਜਾਏ, ਇਹ ਸ਼ਬਦ ਗੁਰੂ ਵਾਸਤੇ ਵਰਤੇਗਾ। ਉਹ ਗੁਰੂ ਜਿਹੜਾ ਪੂਰਨ ਨਹੀਂ ਹੈ। ਹੁਣ ਜੇ ਇਹਨੂੰ ਸਮਝਣਾ ਹੈ ਤੇ ਭਾਈ ਸਾਹਿਬ ਭਾਈ ਗੁਰਦਾਸ ਦੀ, ਗੁਰੂ ਨਾਨਕ ਸੱਚੇ ਪਾਤਸ਼ਾਹ ਦੀ ਅਚਲ ਬਟਾਲੇ ਦੇ ਵਿਖੇ ਭੰਗਰ ਨਾਥ ਦੇ ਨਾਲ ਹੋਈ ਗੋਸ਼ਟ ਨੂੰ ਸਮਝਣਾ ਪਵੇਗਾ। ਗੁਰੂ ਨਾਨਕ ਸੱਚੇ ਪਾਤਸ਼ਾਹ ਪ੍ਰਚਾਰਕ ਦੌਰਿਆਂ ਤੋਂ ਬਾਅਦ ਕਰਤਾਰਪੁਰ ਨੇ ਪਤਾ ਲੱਗਾ ਕਿ ਅਚਲ ਬਟਾਲੇ ਸ਼ਿਵਰਾਤਰੀ ਦਾ ਮੇਲਾ ਹੈ, ਜਿਸ ਦਾ ਜ਼ਿਕਰ ਭਾਈ ਸਾਹਿਬ ਭਾਈ ਗੁਰਦਾਸ ਕਰਦੇ ਨੇ। ਮੇਲਾ ਸੁਣ ਸ਼ਿਵਰਾਤ ਦਾ ਬਾਬਾ ਅਚਲ ਬਟਾਲੇ ਆਈ। ਕਿ ਸ਼ਿਵਰਾਤਰੀ ਦਾ ਮੇਲਾ ਸੁਣ ਕੇ ਗੁਰੂ ਨਾਨਕ ਸੱਚੇ ਪਾਤਸ਼ਾਹ ਅਚਲ ਬਟਾਲੇ ਪਹੁੰਚੇ। ਅਚਲ ਅਸਥਾਨ ਜਿਹੜਾ ਹੈ ਉਹ ਭਗਵਾਨ ਸ਼ਿਵ ਦੇ ਪੁੱਤਰ ਕਾਰਤਿਕ ਦੀ ਯਾਦ ਦੇ ਵਿੱਚ ਬਣਾਇਆ। ਹੁਣ ਕੀ ਗੁਰੂ ਸਾਹਿਬ ਉੱਥੇ ਕਿਸੇ ਬੁੱਤ ਨੂੰ ਮੱਥਾ ਟੇਕਣ ਆਏ, ਬੁੱਤ ਪ੍ਰਸਤੀ ਵਾਸਤੇ ਆਏ? ਨਹੀਂ। ਗੁਰੂ ਸਾਹਿਬ ਕਿਸ ਕਰਕੇ ਆਏ? ਕਿਉਂਕਿ ਉਹਨਾਂ ਸਮਿਆਂ ਦੇ ਵਿੱਚ ਉੱਤਰੀ ਭਾਰਤ ਦੇ ਵਿੱਚ ਸਿੱਧ ਔਰ ਯੋਗ ਮੰਡਲੀਆਂ ਦੇ ਆਉਣ ਦਾ ਇਹ ਸਭ ਤੋਂ ਵੱਡਾ ਕੇਂਦਰ ਸੀ। ਉਦਾਸੀ
ਵੈਰਾਗੀ, ਸਿੱਧ ਔਰ ਜੋਗੀ ਉਹ ਸਾਰੇ ਇਸ ਸਥਾਨ ਤੇ ਆਉਂਦੇ ਸੀ। ਇਹ ਜਿਹੜਾ ਮੇਲਾ ਸੀ 9 ਦਿਨ ਚੱਲਦਾ ਸੀ ਤੇ 9 ਦਿਨ ਉੱਥੇ ਗਿਆਨ ਦੀ ਚਰਚਾ ਚੱਲਦੀ ਸੀ। ਗੁਰੂ ਸਾਹਿਬ ਉਹਨਾਂ ਸਿੱਧਾਂ ਨੂੰ ਗਿਆਨ ਦੇਣ ਦੇ ਵਾਸਤੇ, ਸਹੀ ਮਾਰਗ ਦੇ ਉੱਪਰ ਤੋਰਨ ਦੇ ਵਾਸਤੇ ਆਏ ਨੇ। ਪਰ ਉਹਨਾਂ ਸਿੱਧਾਂ ਨੇ ਤੇ ਪਹਿਲਾ ਸਵਾਲ ਹੀ ਗੁਰੂ ਨਾਨਕ ਸਾਹਿਬ ਨੂੰ ਕਰ ਦਿੱਤਾ ਕਿ ਤੁਸੀਂ ਗਿਆਨ ਦੇ ਅਧਿਕਾਰੀ ਹੀ ਨਹੀਂ, ਤੁਹਾਡੇ ਕੋਲ ਗਿਆਨ ਹੋ ਹੀ ਨਹੀਂ ਸਕਦਾ। ਕਾਰਨ ਪੁੱਛੇ ਜੋਗੀ ਭੰਗਰਨਾਥ, ਭੰਗਰਨਾਥ ਉਹਨਾਂ ਜੋਗੀਆਂ ਦਾ ਮੁਖੀ ਹੈ। ਉਸ ਭੰਗਰਨਾਥ ਨੇ ਗੁਰੂ ਨਾਨਕ ਸਾਹਿਬ ਨੂੰ ਇੱਕ ਸਵਾਲ ਕੀਤਾ ਹੈ, ਤੋਹੇ ਦੁੱਧ ਵਿੱਚ ਕਿਉਂ ਕਾਂਜੀ ਪਾਈ। ਦੁੱਧ ਅਸੀਂ ਵੀ, ਸਾਨੂੰ ਪਤਾ ਹੈ ਘਰਾਂ ਦੇ ਵਿੱਚ ਵੀ ਕਿ ਜਦੋਂ ਕਾਂਜੀ ਖੱਟਾ ਪਾ ਦਿੱਤਾ ਜਾਂਦਾ ਦੁੱਧ ਫੁੱਟ ਜਾਂਦਾ ਹੈ। ਭੰਗਰਨਾਥ ਗੁਰੂ ਨਾਨਕ ਸਾਹਿਬ ਨੂੰ ਸਵਾਲ ਕਰਦਾ ਹੈ ਕਿ ਗੁਰੂ ਨਾਨਕ, ਧਰਮ ਤਾਂ ਦੁੱਧ ਵਰਗਾ ਪਵਿੱਤਰ ਸੀ, ਪਰ ਤੇਰੀ ਵਿਚਾਰਧਾਰਾ ਨੇ ਦੁੱਧ ਨੂੰ ਖਰਾਬ ਕਰ ਦਿੱਤਾ। ਇਹ ਗੁਰੂ ਨਾਨਕ ਸਾਹਿਬ ਤੇ ਦੋਸ਼ ਲਾ ਰਿਹਾ ਭੰਗਰਨਾਥ। ਨਾਨਕ ਆਖਿਆ ਭੰਗਰਨਾਥ। ਹੁਣ ਗੁਰੂ ਨਾਨਕ ਪਛਾ ਦਾ ਜਵਾਬ ਹੈ। ਹੁਣ ਭੰਗਰਨਾਥ ਕਹਿੰਦਾ ਦੁੱਧ ਖਰਾਬ ਕਰ ਦਿੱਤਾ ਹੈ, ਤੇ ਪਾਤਸ਼ਾਹ ਕਹਿੰਦੇ ਨੇ ਵੀ ਕਿਉਂ ਖਰਾਬ ਕੀਤਾ ਹੈ, ਕਾਰਨ ਕੀ ਹੈ, ਮੈਂ ਧਰਮ ਦਾ ਕੀ ਵਿਨਾਸ਼ ਕੀਤਾ ਹੈ। ਉਹ ਕਹਿੰਦਾ ਹੈ ਕਿ ਭੇਖ ਉਤਾਰ ਉਦਾਸ ਦਾ ਵਤ ਕਿਉਂ ਸੰਸਾਰੀ ਰੀਤ ਚਲਾਈ। ਗੁਰੂ ਨਾਨਕ, ਤੂੰ ਦੁਨੀਆ ਦੇ ਲੋਕਾਂ ਨੂੰ ਇਹ ਉਪਦੇਸ਼ ਦਿੱਤਾ ਹੈ ਕਿ ਸੰਸਾਰ ਦੇ ਵਿੱਚ, ਪਰਿਵਾਰ ਦੇ ਵਿੱਚ ਰਹਿੰਦਿਆਂ ਵੀ ਪ੍ਰਮਾਤਮਾ ਨੂੰ ਪਾਇਆ ਜਾ ਸਕਦਾ ਹੈ। ਤੂੰ ਧਰਮ ਦਾ ਵਿਨਾਸ਼ ਕਰ ਦਿੱਤਾ ਹੈ, ਕਿਉਂਕਿ ਸਾਡੀ ਵਿਚਾਰਧਾਰਾ ਤਾਂ ਇਹ ਕਹਿੰਦੀ ਹੈ ਕਿ ਜਿਹੜੀ ਔਰਤ ਹੈ, ਇਨ ਬਾਗਣ ਤ੍ਰੈ ਲੋਈ ਖਾਈ। ਬਾਗਣ ਜਾਨਵਰ, ਕਿ ਇਸ ਔਰਤ ਰੂਪੀ ਜਾਨਵਰ ਨੇ ਤ੍ਰੈ ਲੋਈ, ਤਿੰਨਾਂ ਲੋਕਾਂ ਦਾ ਭਾਵ ਕਿ ਸਾਰੇ ਸੰਸਾਰ ਨੂੰ ਖਾ ਲਿਆ। ਇਹ ਜੋਗ ਮਤ ਦਾ ਸਿਧਾਂਤ ਹੈ। ਦਾਮ ਗਾੜ ਬਾਗਣ ਲੈ ਆਇਆ, ਮਾਏ ਕਹੇ ਮੇਰਾ ਪੂਤ ਵਿਆਇਆ, ਗਿੱਲੀ ਲੱਕੜੀ ਕੋ ਘੁਣ ਲਾਇਆ। ਕਿ ਜਿਸ ਤਰ੍ਹਾਂ ਗਿੱਲੀ ਲੱਕੜੀ ਨੂੰ ਘੁਣ ਲੱਗ ਜਾਵੇ ਤੇ ਉਹ ਸਾਰਾ ਹੀ ਖਰਾਬ ਹੋ ਜਾਂਦੀ ਹੈ, ਔਰਤ ਇੰਨੀ ਬੁਰੀ ਚੀਜ਼ ਹੈ ਜਿਹਨੇ ਸਾਰੇ ਸਮਾਜ ਨੂੰ ਖਰਾਬ ਕਰ ਦਿੱਤਾ। ਇਹ ਗੱਲਾਂ ਭੰਗਰਨਾਥ ਗੁਰੂ ਨਾਨਕ ਸਾਹਿਬ ਨੂੰ ਦੱਸ ਰਿਹਾ ਹੈ ਕਿ ਸਾਡਾ ਜੋਗ ਮਤ ਇਹ ਕਹਿੰਦਾ ਹੈ ਕਿ ਔਰਤ ਜਿਹੜੀ ਹੈ ਇਹ ਨਰਕ ਦਾ ਦਰਵਾਜ਼ਾ ਹੈ, ਔਰਤ ਸਭ ਤੋਂ ਬੁਰੀ ਚੀਜ਼ ਹੈ, ਔਰਤ ਸੰਸਾਰ ਨੂੰ ਵਿਨਾਸ਼ ਵਾਲੇ ਪਾਸੇ ਲੈ ਕੇ ਜਾ ਰਹੀ ਹੈ। ਇਸ ਕਰਕੇ ਤੁਸੀਂ ਲੋਕਾਂ ਨੂੰ ਇਹ ਉਪਦੇਸ਼ ਦੇ ਰਹੇ ਹੋ ਕਿ ਔਰਤ ਦੇ ਨਾਲ ਵਿਆਹ ਸੰਸਕਾਰ ਤੋਂ ਬਾਅਦ ਤੁਸੀਂ ਘਰ ਦੇ ਵਿੱਚ ਰਹਿ ਕੇ ਵੀ ਰੱਬ ਨੂੰ ਪਾ ਸਕਦੇ ਹੋ। ਜਿਹੜਾ ਹੈ ਹੀ ਨਰਕ ਦਾ ਦੁਆਰ ਔਰਤ, ਉਸ ਦੇ ਨਾਲ ਰਹਿ ਕੇ ਮਨੁੱਖ ਆਤਮਿਕ ਤੱਤ ਨੂੰ ਪ੍ਰਾਪਤ ਕਿਵੇਂ ਕਰ ਸਕਦਾ। ਭੇਖ ਉਤਾਰ ਉਦਾਸ ਦਾ ਵਤ ਕਿਉਂ ਸੰਸਾਰੀ ਰੀਤ ਚਲਾਈ। ਹੁਣ ਗੁਰੂ ਨਾਨਕ ਸੱਚੇ ਪਾਤਸ਼ਾਹ ਦਾ ਜਵਾਬ, ਨਾਨਕ ਆਖਿਆ ਭੰਗਰਨਾਥ। ਪਹਿਲੀ ਗੱਲ ਉਸ ਦੀ ਜਿਹੜੀ ਹੋਂਦ ਹੈ, ਜਿਸ ਮੈਂ ਫਿਲਾਸਫੀ ਤੋਂ ਗੱਲ ਕੀਤੀ ਸੀ ਕਿ ਅਸੀਂ ਫਲਸਫੇ ਦੇ ਨਜ਼ਰੀਏ ਤੋਂ ਸਮਝਦਾ ਹਾਂ ਭੰਗਰਨਾਥ ਦੀ ਐਗਜ਼ਿਸਟੈਂਸ ਕੀ ਹੈ ਐਜ਼ ਏ ਗੁਰੂ। ਉਹ ਆਪਣੇ ਆਪ ਨੂੰ ਜੋਗੀਆਂ ਦਾ ਗੁਰੂ ਕਹਿ ਰਿਹਾ ਤੇ ਉਹਦਾ ਵੀ ਕੋਈ ਗੁਰੂ ਹੈ ਜਿਸ ਤੋਂ ਉਸਨੇ ਗਿਆਨ ਲਿਆ। ਹੁਣ ਗੁਰੂ ਸਾਹਿਬ ਕੀ ਕਹਿੰਦੇ, ਨਾਨਕ ਆਖਿਆ ਭੰਗਰਨਾਥ, ਤੇਰੀ ਮਾਂ ਕੁਚੱਜੀ ਆਈ। ਹੁਣ ਮਾਂ ਦਾ ਕੀ ਦੋਸ਼ ਹੈ? ਪੁੱਤਰ ਬੁਰਾ ਨਿਕਲ ਆਵੇ, ਮਾਂ ਦਾ ਕੀ ਦੋਸ਼ ਹੈ? ਮਾਂ ਨੇ ਤਾਂ ਬੜਾ ਚੰਗਾ ਕਾਰਜ ਕੀਤਾ ਕਿ ਪੁੱਤਰ ਨੂੰ ਜਨਮ ਦੇ ਕੇ ਉਹਨੂੰ ਜੋਗ ਮਤ ਵਾਲਿਆਂ ਨੂੰ ਸੌਂਪ ਦਿੱਤਾ ਕਿ ਇਹਨੂੰ ਚੰਗੀ ਜੀਵਨ ਜਾਚ ਸਿਖਾਈ ਜਾ ਸਕੇ। ਇੱਥੇ ਹੁਣ ਮਾਂ ਸ਼ਬਦ ਕਿਸ ਦੇ ਵਾਸਤੇ ਵਰਤਿਆ ਗਿਆ? ਭੰਗਰਨਾਥ ਦੇ ਗੁਰੂ ਦੇ ਵਾਸਤੇ। ਕੁਚੱਜੀ ਇਸ ਕਰਕੇ ਵਰਤਿਆ ਗਿਆ ਕਿ ਉਹਨੂੰ ਚੱਜ ਨਹੀਂ ਸੀ, ਉਸ ਨੇ ਆਪਣਾ ਜਾਨਸ਼ੀਨ ਨਿਯੁਕਤ ਕਰਨ ਤੋਂ ਪਹਿਲਾਂ ਤੇਰੀ ਚੋਣ ਨਹੀਂ ਕੀਤੀ। ਹੁਣ ਜਦੋਂ ਅਸੀਂ ਗੁਰਮਤ ਇਤਿਹਾਸ ਦੇ ਵਿੱਚ, ਵਿਚਾਰਧਾਰਾ ਦੇ ਵਿੱਚ ਵੇਖਦੇ ਹਾਂ ਤਾਂ ਗੁਰੂ ਸਾਹਿਬਾਨ ਜਦੋਂ ਵੀ ਗੁਰਤਾ ਗੱਦੀ ਬਖਸ਼ਿਸ਼ ਕਰਦੇ ਨੇ, ਆਪਣੇ ਪੁੱਤਰਾਂ ਦੇ ਵਿੱਚੋਂ ਵੀ ਚੋਣ ਕਰਦੇ ਨੇ ਕਿ ਯੋਗ ਅਧਿਕਾਰੀ ਕੌਣ ਹੈ। ਹੁਣ ਉੱਥੇ ਸਵਾਲ ਗੁਰੂ ਨਾਨਕ ਸਾਹਿਬ ਨੇ ਭੰਗਰਨਾਥ ਦੇ ਗੁਰੂ ਦੇ ਉੱਪਰ ਕੀਤਾ। ਇੱਥੇ ਸ਼ਬਦ ਮਾਓ ਗੁਰੂ ਦੇ ਵਾਸਤੇ ਹੈ, ਨਾ ਕਿ ਉਹਦੀ ਮਾਂ ਦੇ ਵਾਸਤੇ। ਮਾਂ ਦਾ ਕੋਈ ਦੋਸ਼ ਨਹੀਂ। ਮੈਂ ਪਹਿਲਾਂ ਵੀ ਬੇਨਤੀ ਕੀਤੀ ਹੈ ਕਿ ਇੱਕ ਮਾਂ ਦੀ ਕੁੱਖ ਦੇ ਵਿੱਚੋਂ ਪ੍ਰਿਥੀ ਚੰਦ ਵੀ ਜਨਮ ਲੈ ਸਕਦਾ ਹੈ, ਉਸੇ ਮਾਂ ਦੀ ਕੁੱਖ ਦੇ ਵਿੱਚੋਂ ਗੁਰੂ ਅਰਜਨ ਸਾਹਿਬ ਵੀ ਜਨਮ ਲੈ ਸਕਦੇ। ਮਾਂ ਦੋਸ਼ੀ ਨਹੀਂ। ਹੁਣ ਗੁਰੂ ਸਾਹਿਬ ਨੇ ਇੱਥੇ ਜਿਹੜਾ ਸ਼ਬਦ ਵਰਤਿਆ ਹੈ ਕਿ ਨਾਨਕ ਆਖਿਆ ਭੰਗਰਨਾਥ, ਤੇਰੀ ਮਾਂ ਕੁਚੱਜੀ ਆਈ, ਤੇਰੇ ਗੁਰੂ ਨੂੰ ਚੱਜ ਨਹੀਂ ਸੀ। ਤੇਰੇ ਗੁਰੂ ਨੇ ਤੇਰੀ ਪ੍ਰੀਖਿਆ ਨਹੀਂ ਲਈ। ਭਾਂਡਾ ਧੋਏ ਨਾ ਜਾਤੇ ਉਹਨੂੰ ਭਾਏ ਕੁਚੱਜੇ ਫੁੱਲ ਸੜਾਈ। ਭਾਏ ਕੁਚੱਜੇ, ਕੁਚੱਜਾ ਸੀ,
ਉਹਨੂੰ ਕੋਈ ਢੰਗ ਨਹੀਂ ਸੀ ਕਿ ਉਸਨੇ ਆਤਮਿਕ ਗਿਆਨ ਕਿਵੇਂ ਦੇਣਾ ਹੈ, ਤੇ ਤੇਰੇ ਉੱਪਰ ਉਹਨੇ ਆਪਣਾ ਤੇ ਤੇਰਾ ਵਕਤ ਹੀ ਬਰਬਾਦ ਕੀਤਾ ਹੈ। ਤੈਨੂੰ ਉਸਨੇ ਸੱਚਮੁੱਚ ਹੀ ਆਤਮਿਕ ਗਿਆਨ ਨਹੀਂ ਦਿੱਤਾ। ਤੇ ਜੇ ਤੈਨੂੰ ਆਤਮਿਕ ਗਿਆਨ ਦਿੱਤਾ ਹੁੰਦਾ ਨਾ, ਤੇ ਤੈਨੂੰ ਇਸ ਗੱਲ ਦੀ ਸਮਝ ਹੁੰਦੀ ਕਿ ਹੋਏ ਅਤੀਤ ਗ੍ਰਸਤ ਤਜ ਫਿਰ ਉਨਕੇ ਘਰ ਮੰਗਣ ਜਾਈ। ਜੇ ਸੱਚਮੁੱਚ ਹੀ ਤੇਰੇ ਗੁਰੂ ਨੂੰ ਆਤਮਿਕ ਗਿਆਨ ਹੁੰਦਾ ਤੇ ਤੇਰੇ ਗੁਰੂ ਨੇ ਤੈਨੂੰ ਆਤਮਿਕ ਗਿਆਨ ਬਖਸ਼ਿਸ਼ ਕੀਤਾ ਹੁੰਦਾ। ਹੁਣ ਗਿਆਨ ਤਾਂ ਹੀ ਆ ਸਕਦਾ ਚੇਲੇ ਦੇ ਕੋਲ ਜੇ ਗੁਰੂ ਦੇ ਕੋਲ ਹੋਵੇ। ਇਹਦਾ ਮਤਲਬ ਗੁਰੂ ਦੇ ਕੋਲ ਵੀ ਆਤਮਿਕ ਸਾਧਨਾ ਦਾ ਗਿਆਨ ਨਹੀਂ ਹੈ, ਉਹ ਵੀ ਕੁਚੱਜਾ ਹੈ। ਇਹੀ ਸ਼ਬਦ ਗੁਰੂ ਸਾਹਿਬ ਨੇ ਵਰਤਿਆ, ਤੇਰੀ ਮਾਂ ਕੁਚੱਜੀ ਹੈ। ਗੁਰੂ ਸਾਹਿਬ ਕਹਿੰਦੇ ਨੇ ਕਿ ਤੇਰੇ ਗੁਰੂ ਦੇ ਕੋਲ ਵੀ ਗਿਆਨ ਨਹੀਂ, ਉਹਨੂੰ ਵੀ ਕੁਚੱਜ ਹੈ, ਚੱਜ ਨਹੀਂ। ਇਸੇ ਕਰਕੇ ਉਹਨੇ ਤੇਰੇ ਭਾਂਡੇ ਦੇ ਵਿੱਚ ਚੱਜ ਅਚਾਰ ਨਹੀਂ ਪਾਇਆ। ਮਾਂ ਦਾ ਤਾਂ ਕੋਈ ਦੋਸ਼ ਨਹੀਂ ਹੈ, ਇੱਥੇ ਮਾਂ ਸ਼ਬਦ ਉਹਦੇ ਗੁਰੂ ਦੇ ਪ੍ਰਤੀ ਹੈ। ਕਹਿੰਦੇ ਤੈਨੂੰ ਇਹ ਤੇ ਦੱਸ ਦਿੱਤਾ ਕਿ ਔਰਤ ਨਰਕ ਦਾ ਦਵਾਰ ਹੈ, ਤੈਨੂੰ ਇਹ ਤੇ ਦੱਸ ਦਿੱਤਾ ਔਰਤ ਨਾਗਣ ਹੈ, ਤੈਨੂੰ ਇਹ ਤੇ ਦੱਸ ਦਿੱਤਾ ਔਰਤ ਵਾਗਣ ਹੈ। ਤੈਨੂੰ ਇਹ ਗਿਆਨ ਕਿਉਂ ਨਾ ਦਿੱਤਾ ਕਿ ਹੋਏ ਅਤੀਤ ਗ੍ਰਸਤ ਤਜ, ਕਿ ਜੇਕਰ ਤੁਸੀਂ ਅਤੀਤ ਹੋ ਗਏ ਹੋ, ਗ੍ਰਸਤੀ ਤੋਂ ਦੂਰ ਚਲੇ ਗਏ ਹੋ, ਔਰਤ ਨੂੰ ਫੇਰ ਵੀ ਬੁਰਾ ਨਹੀਂ ਕਹਿਣਾ, ਕਿਉਂਕਿ ਜਦੋਂ ਤੁਹਾਨੂੰ ਭੁੱਖ ਲੱਗਦੀ ਹੈ ਫਿਰ ਤੁਸੀਂ ਉਹਨਾਂ ਔਰਤਾਂ ਦੇ ਘਰੋਂ ਹੀ ਤਾਂ ਰੋਟੀ ਮੰਗਣ ਜਾਂਦੇ ਹੋ। ਜੇ ਔਰਤ ਇੰਨੀ ਹੀ ਬੁਰੀ ਹੈ ਫਿਰ ਉਨਕੇ ਘਰ ਮੰਗਣ ਜਾਈ। ਜੇ ਔਰਤ ਇੰਨੀ ਹੀ ਬੁਰੀ ਹੈ ਤੇ ਉਹਨਾਂ ਦੇ ਘਰ ਦੇ ਵਿੱਚ ਮੰਗਣ ਕਿਉਂ ਜਾਂਦੇ, ਉਹਨਾਂ ਦੇ ਹੱਥ ਦਾ ਖਾਂਦੇ ਕਿਉਂ? ਵੇਣ ਦਿੱਤੇ ਕਿਛ ਹੱਥ ਨਾ ਆਈ। ਆਤਮਿਕ ਗਿਆਨ, ਜਿੰਨਾ ਚਿਰ ਕੋਈ ਗੁਰੂ ਆਪਣਾ ਆਪਾ ਸਮਰਪਿਤ ਕਰਕੇ ਆਪ ਆਤਮ ਗਿਆਨ ਹਾਸਲ ਨਹੀਂ ਕਰਦਾ, ਉਹ ਆਪਣੇ ਚੇਲੇ ਨੂੰ ਵੀ ਉਸ ਗਿਆਨ ਦੀ ਦਾਤ ਨਹੀਂ ਦੇ ਸਕਦਾ। ਇਸੇ ਕਰਕੇ ਗੁਰੂ ਸਾਹਿਬ ਕਹਿੰਦੇ ਨੇ ਕਿ ਨਾ ਤਾਂ ਤੇਰੇ ਗੁਰੂ ਨੂੰ ਢੰਗ, ਤੇਰੀ ਮਾਂ ਕੁਚੱਜੀ ਆਈ, ਨਾ ਉਸ ਨੂੰ ਚੋਣ ਕਰਨ ਦਾ ਢੰਗ ਕਿ ਕਿਸ ਚੰਗੇ ਯੋਗ ਚੇਲੇ ਨੂੰ ਉਸਨੇ ਆਪਣਾ ਉੱਤਰਾਧਿਕਾਰੀ ਜਾਂ ਜਾਨਸ਼ੀ ਨਿਯੁਕਤ ਕਰਨਾ ਹੈ, ਤੇ ਨਾ ਉਸ ਨੂੰ ਇਹ ਪਤਾ ਲੱਗਾ ਕਿ ਤੇਰੇ ਕੋਲ ਗਿਆਨ ਦਾ ਅਜੇ ਸਰੋਤ ਨਹੀਂ, ਪਰ ਤੈਨੂੰ ਆਪਣੀ ਜਗ੍ਹਾ ਦੇ ਉੱਪਰ ਬਿਠਾ ਦਿੱਤਾ। ਕਸੂਰ ਮਾਂ ਦਾ ਨਹੀਂ ਹੈ, ਕਸੂਰ ਗੁਰੂ ਦਾ, ਕਿ ਉਸ ਦੇ ਵਿੱਚ ਪੂਰਨਤਾ ਨਹੀਂ ਸੀ। ਹੁਣ ਅਗਲੀ ਗੱਲ, ਭਾਈ ਸਾਹਿਬ ਭਾਈ ਗੁਰਦਾਸ ਕਹਿੰਦੇ ਨੇ, ਰਾਤ ਅੰਧਕਾਰ ਤਾਰਾ ਮੰਡਲ ਚਮਤਕਾਰ, ਦਿਨ ਦਿਨ ਕਰ ਜੋਤ ਇੱਕੇ ਪ੍ਰਵਾਨੀ। ਰਾਤ ਨੂੰ ਹਨੇਰਾ ਹੁੰਦਾ, ਤਾਰਿਆਂ ਦੇ ਨਾਲ ਵੀ ਰੋਸ਼ਨੀ ਹੁੰਦੀ ਹੈ ਤੇ ਚੰਦਰਮਾ ਦੇ ਨਾਲ ਵੀ ਥੋੜੀ ਜਿਹੀ ਰੋਸ਼ਨੀ ਹੁੰਦੀ ਹੈ, ਪਰ ਉਸ ਨੂੰ ਤੁਸੀਂ ਦਿਨ ਨਹੀਂ ਕਹਿ ਸਕਦੇ। ਜਿੰਨੀ ਮਰਜ਼ੀ ਚਾਂਦਨੀ ਰਾਤ ਹੋਵੇ, ਉਸ ਨੂੰ ਦਿਨ ਨਹੀਂ ਕਿਹਾ ਜਾ ਸਕਦਾ। ਸੋ ਲੋਕਾਂ ਦੇ ਕੋਲ ਥੋੜਾ ਥੋੜਾ ਗਿਆਨ ਤਾਂ ਹੋ ਸਕਦਾ ਹੈ। ਦਿਨ ਦਿਨ ਕਰ ਸੰਸਕ੍ਰਿਤ ਕਿਹਾ ਜਾਂਦਾ ਹੈ ਸੂਰਜ ਨੂੰ, ਦਿਨ ਕਰ ਜੋਤ ਏਕੇ ਪ੍ਰਵਾਨੀ। ਪਰ ਦਿਨ ਤੁਸੀਂ ਉਦੋਂ ਹੀ ਕਹਿ ਸਕਦੇ ਹੋ ਜਦੋਂ ਸੂਰਜ ਪ੍ਰਕਾਸ਼ਮਾਨ ਹੋ। ਨਾ ਤਾਰਿਆਂ ਦੇ ਚਾਨਣ ਨੂੰ ਦਿਨ ਕਿਹਾ ਜਾ ਸਕਦਾ ਹੈ ਤੇ ਨਾ ਚੰਦਰਮਾ ਦੀ ਰੋਸ਼ਨੀ ਨੂੰ ਦਿਨ ਕਿਹਾ ਜਾ ਸਕਦਾ ਹੈ। ਚਾਂਦਨੀ ਰਾਤ ਤੱਕ ਕਹੀ ਜਾ ਸਕਦੀ ਹੈ, ਤਾਰਿਆਂ ਵਾਲੀ ਰਾਤ ਤੱਕ ਕਹੀ ਜਾ ਸਕਦੀ ਹੈ, ਉਹ ਵੀ ਸਵੇਰ ਤੱਕ ਖਤਮ ਹੋ ਜਾਂਦੀ ਹੈ। ਤਾਰਿਆਂ ਦੀ ਰੋਸ਼ਨੀ ਵੀ ਸਵੇਰ ਤੱਕ ਨਹੀਂ ਨਜ਼ਰ ਆਉਂਦੀ, ਜਿਸ ਨੂੰ ਅਸੀਂ ਪੜ੍ਹਦੇ ਵੀ ਹਾਂ, ਤਾਰੇ ਜਾਤ ਸਨਾਤ ਅੰਬਰ ਭਾਲੀਏ। ਸਨਾਤ ਸ਼ਬਦ ਅਰਬੀ ਭਾਸ਼ਾ ਦਾ ਹੈ। ਜਦੋਂ ਕੱਪੜੇ ਨੂੰ ਧੋ ਲਿਆ ਜਾਂਦਾ ਹੈ ਤੇ ਸਾਰੇ ਦਾਗ ਉਤਰ ਜਾਣ, ਉਸ ਨੂੰ ਕਿਹਾ ਜਾਂਦਾ ਸਨਾਤ। ਇਸੇ ਤਰ੍ਹਾਂ ਦੇ ਨਾਲ ਜਦੋਂ ਦਿਨ ਚੜ੍ਹਦਾ ਹੈ ਤੇ ਅਸਮਾਨ ਦੇ ਵਿੱਚੋਂ ਸਾਰੇ ਤਾਰੇ ਇੰਜ ਨਜ਼ਰ ਆਉਣੋਂ ਹਟ ਜਾਂਦੇ ਨੇ ਜਿਵੇਂ ਕੱਪੜੇ ਦੇ ਉੱਪਰੋਂ ਦਾਗ ਹਟ ਜਾਂਦੇ ਨੇ। ਉਸ ਕਰਕੇ ਸ਼ਬਦ ਵਰਤਿਆ ਜਾਂਦਾ ਤਾਰੇ ਜਾਤ ਸਨਾਤ ਅੰਬਰ ਭਾਲੀਏ। ਜਿਸ ਤਰ੍ਹਾਂ ਕੱਪੜਾ ਸਾਫ਼ ਹੋ ਜਾਂਦਾ ਹੈ, ਇਸ ਤਰ੍ਹਾਂ ਅਸਮਾਨ ਸਾਫ਼ ਹੋ ਜਾਂਦਾ ਤਾਰਿਆਂ ਤੋਂ ਜਦੋਂ ਸੂਰਜ ਚੜ੍ਹ ਜਾਂਦਾ ਹੈ। ਹੁਣ ਭਾਈ ਸਾਹਿਬ ਭਾਈ ਗੁਰਦਾਸ ਕਹਿੰਦੇ ਨੇ, ਰਾਤ ਅੰਧਕਾਰ ਤਾਰਾ ਮੰਡਲ ਚਮਤਕਾਰ, ਦਿਨ ਕਰ ਜੋਤ ਏਕੇ ਪ੍ਰਵਾਨੀਏ। ਰਾਤ ਹਨੇਰੀ ਹੈ, ਤਾਰੇ ਚਮਕ ਰਹੇ ਹੋਣ, ਚਾਂਦਨੀ ਹੋਵੇ, ਪਰ ਉਸ ਨੂੰ ਦਿਨ ਨਹੀਂ ਕਿਹਾ ਜਾ ਸਕਦਾ। ਇਸ ਦਾ ਮਤਲਬ ਕਿ ਕਿਸੇ ਕੋਲ ਥੋੜਾ ਗਿਆਨ ਕਿਤਾਬਾਂ ਪੜ੍ਹ ਕੇ ਹਾਸਲ ਤਾਂ ਮਨੁੱਖ ਕਰ ਸਕਦਾ ਹੈ, ਪਰ ਗੁਰੂ ਦੀ ਅਵਸਥਾ ਦੇ ਵਿੱਚ ਪਹੁੰਚਣ ਦੇ ਵਾਸਤੇ ਗੁਰੂ ਨੂੰ ਆਪਣਾ ਆਪਾ ਸਮਰਪਿਤ ਕਰਨਾ ਪੈਂਦਾ ਹੈ। ਕਿਉਂਕਿ ਜਿਹੜਾ ਗੁਰੂ ਦੇ ਕੋਲ ਗਿਆਨ ਹੈ, ਉਸ ਗਿਆਨ ਦੀ ਗੱਲ ਇੱਕ ਸੂਰਜ ਵਰਗੀ ਨਹੀਂ ਹੈ। ਅਸੀਂ ਰੋਜ਼ ਪੜ੍ਹਦੇ ਆਸਾ ਦੀ ਵਾਰ ਵਿੱਚ, ਜੇ 100 ਚੰਦਾ ਉਗਵੈ ਸੂਰਜ ਚੜੇ ਹਜ਼ਾਰ, ਇੱਥੇ ਚਾਨਣ ਹੁੰਦਿਆਂ ਗੁਰਬਿਨ ਹੋਰ ਅਨਾਸ਼। ਸੋ ਜਿਹੜਾ ਗੁਰੂ ਆਪ ਇੰਨੀ ਵੱਡੀ ਗਿਆਨ ਦੀ ਰੋਸ਼ਨੀ ਦਾ ਸਰੋਤ ਹੈ, ਉਹਦੇ ਕੋਲੋਂ ਗਿਆਨ ਲੈ ਕੇ ਹੀ ਤੁਸੀਂ ਆਪਣੇ ਜੀਵਨ ਨੂੰ ਰੁਸ਼ਨਾ ਸਕਦੇ ਹੋ। ਜਿਸ ਗੁਰੂ ਦੇ ਕੋਲ ਆਪ ਗਿਆਨ ਨਹੀਂ,
ਉਹ ਕਿਸੇ ਦੇ ਜੀਵਨ ਨੂੰ ਨਹੀਂ ਰੁਸ਼ਨਾ ਸਕਦੇ। ਅੱਜ ਸਮੱਸਿਆ ਇਹੀ ਹੈ, ਕਿਤੇ ਅਸੀਂ ਦੇਹਧਾਰੀਆਂ ਦੇ ਕੋਲ ਜਾਂਦੇ ਹਾਂ, ਕਿਤੇ ਪਖੰਡੀਆਂ ਦੇ ਕੋਲ ਜਾਂਦੇ ਹਾਂ, ਕਿਤੇ ਡੇਰਿਆਂ ਦੇ ਵਿੱਚ ਜਾਂਦੇ ਹਾਂ ਕਿ ਸ਼ਾਇਦ ਕਿਤੇ ਗਿਆਨ ਦੀ ਰੌਸ਼ਨੀ ਮਿਲ ਸਕੇ, ਪਰ ਜ਼ਿੰਦਗੀ ਫਿਰ ਵੀ ਦੁਖੀ ਹੈ। ਕਾਰਨ ਇਹ ਹੈ ਕਿ ਅਸੀਂ ਉਹਨਾਂ ਲੋਕਾਂ ਦੇ ਕੋਲ ਜਾ ਰਹੇ ਹਾਂ ਜਿਨ੍ਹਾਂ ਦੇ ਕੋਲ ਆਪ ਗਿਆਨ ਨਹੀਂ, ਸ਼ਬਦ ਤੋਂ ਦੂਰ। ਜਿੱਦਣ ਸਾਨੂੰ ਇਹ ਸਮਝ ਲੱਗ ਗਈ ਨਾ ਕਿ ਸੂਰਜ ਚੜ੍ਹੇ ਹਜ਼ਾਰ ਵਰਗਾ ਗਿਆਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਵਿਚਾਰਧਾਰਾ ਚੋਂ ਪ੍ਰਾਪਤ ਹੁੰਦਾ ਹੈ, ਤੇ ਇਸ ਵਿਚਾਰ ਦੇ ਨਾਲ ਹੀ ਸਾਡਾ ਜੀਵਨ ਜਿਹੜਾ ਉਹਦੇ ਵਿੱਚ ਆਤਮਿਕ ਆਨੰਦ ਦਾਈ ਰੁਸ਼ਨਾਈ ਜਿਹੜੀ ਹੈ ਉਹ ਆ ਸਕਦੀ ਹੈ, ਫਿਰ ਸਾਨੂੰ ਇਹਨਾਂ ਪਖੰਡੀਆਂ ਦੇ ਕੋਲ ਜਾਣ ਦੀ ਲੋੜ। ਪਰ ਗੱਲ ਇਹ ਹੈ ਕਿ ਅਸੀਂ ਤਾਰਿਆਂ ਦੀ ਰੋਸ਼ਨੀ ਤੋਂ ਵੀ ਪ੍ਰਭਾਵਿਤ ਹੋ ਰਹੇ ਹਾਂ, ਜਿਨ੍ਹਾਂ ਦੀ ਬੜੀ ਥੋੜੀ ਰੋਸ਼ਨੀ ਹੈ, ਤੇ ਕਿਤੇ ਅਸੀਂ ਥੋੜੀ ਜੀ ਚਾਂਦਨੀ ਤੋਂ ਵੀ ਪ੍ਰਭਾਵਿਤ ਹੋ ਰਹੇ ਹਾਂ। ਅਜੇ ਅਸੀਂ ਦਿਨ ਕਰ ਜੋਤ ਏਕੇ ਪ੍ਰਵਾਨੀਏ, ਇਸ ਵੱਲ ਖਿਆਲ ਨਹੀਂ ਕਰ ਰਹੇ ਕਿ ਦਿਨ ਉਦੋਂ ਹੀ ਚੜ੍ਹਨਾ ਹੈ, ਆਤਮ ਪ੍ਰਕਾਸ਼ ਉਦੋਂ ਹੀ ਹੋਣਾ ਹੈ ਜਦੋਂ ਸਾਡੇ ਕੋਲ ਸੂਰਜ ਵਰਗਾ ਸਰੋਤ ਹੋਵੇ। ਅਗਲੀ ਗੱਲ ਭਾਈ ਗੁਰਦਾਸ ਕਹਿੰਦੇ ਨੇ, ਉਹ ਕਹਿੰਦੇ ਲੋਗਨ ਮੇ ਲੋਗਾ ਚਾਰ, ਗੁਰਮੁਖ ਏਕ ਓੰਕਾਰ, ਸ਼ਬਦ ਸੁਰਤ ਉਨ ਮਨ ਉਨ ਵਾਨੀ ਹੈ। ਲੋਗਨ ਮੇ ਲੋਗਾ ਚਾਰ, ਸੰਸਾਰ ਦੇ ਵਿੱਚ ਰਹਿੰਦਿਆਂ ਸੰਸਾਰ 'ਚ ਵਿਚਰਨਾ, ਗੁਰਮੁਖ ਏਕ ਓੰਕਾਰ, ਆਪਣੇ ਗੁਰੂ ਵੱਲ ਮੁਖ ਕਰਕੇ ਮਾਨਸਿਕਤਾ ਦੇ ਵਿੱਚ ਏਕ ਓੰਕਾਰ ਦੀ ਵਿਚਾਰਧਾਰਾ ਬਣੇ। ਹੁਣ ਇੱਕ ਓੰਕਾਰ ਦੀ ਵਿਚਾਰਧਾਰਾ ਹੈ ਕਿ ਪਰਮਾਤਮਾ ਇੱਕ ਹੈ, ਸਾਰਿਆਂ ਦਾ ਕਰਤਾ ਹੈ ਤੇ ਸਰਬ ਵਿਆਪਕ ਹੈ। ਹੁਣ ਜੇ ਸਾਨੂੰ ਇਹ ਪਤਾ ਲੱਗ ਜਾਵੇ ਕਿ ਪਰਮਾਤਮਾ ਹੈ ਹੀ ਇੱਕ, ਉਹਦਾ ਸਰਬ ਵਿਆਪਕ ਹੋਣਾ ਉਸ ਦਾ ਸਰਾਕਾਰ ਰੂਪ ਹੈ, ਜਿਸ ਨੂੰ ਅਸੀਂ ਕਹਿੰਦੇ ਘਟ ਘਟ ਮੇ ਹਰਿ ਜੂ ਵਸੇ, ਕਿ ਉਹ ਸਾਰੇ ਹਿਰਦਿਆਂ ਦੇ ਵਿੱਚ ਵਸ ਰਿਹਾ ਹੈ, ਤੇ ਅਸੀਂ ਉਸ ਪਰਮਾਤਮਾ ਨੂੰ ਆਪਣੇ ਹਿਰਦੇ ਦੇ ਵਿੱਚ ਵਸਾਉਣਾ ਹੈ। ਪਰ ਉਹਨੂੰ ਹਿਰਦੇ ਦੇ ਵਿੱਚ ਵਸਾਉਣ ਦੇ ਵਾਸਤੇ ਅਸੀਂ ਲੋਗਨ ਮੇ ਲੋਗਾ ਚਾਰ, ਇਹ ਜ਼ਰੂਰੀ ਨਹੀਂ ਹੈ ਕਿ ਅਸੀਂ ਲੋਕਾਂ ਨੂੰ ਛੱਡ ਕੇ ਜੰਗਲਾਂ 'ਚ ਚਲੇ ਜਾਈਏ, ਅਸੀਂ ਬਾਹਰ ਜਾ ਕੇ ਸਮਾਧੀਆਂ ਲਾ ਲਈਏ, ਅਸੀਂ ਸਿੱਧਾਂ ਦੇ ਵਾਂਗੂ ਬਾਹਰ ਜਾ ਕੇ ਤਪ ਸਾਧਨਾ ਕਰਨੀ ਸ਼ੁਰੂ ਕਰ ਲਈਏ। ਨਹੀਂ, ਅਸੀਂ ਲੋਗਨ ਮੇ ਲੋਗਾ ਚਾਰ, ਸੰਸਾਰ ਦੇ ਵਿੱਚ, ਪਰਿਵਾਰ ਦੇ ਵਿੱਚ, ਲੋਗਾਚਾਰ ਦੇ ਵਿੱਚ ਰਹਿੰਦਿਆਂ ਹੋਇਆਂ ਵੀ ਉਸ ਪਰਮਾਤਮਾ ਨੂੰ ਪ੍ਰਾਪਤ ਕਰ ਸਕਦੇ ਹਾਂ। ਪਰ ਗੱਲ ਫਿਰ ਉੱਥੇ ਆ ਜਾਂਦੀ ਹੈ ਜਿੱਥੋਂ ਮੈਂ ਆਪਣੀ ਗੱਲ ਸ਼ੁਰੂ ਕੀਤੀ ਸੀ, ਕਿ ਜੇ ਕੋਈ ਉਸ ਲੋਕਾਚਾਰ ਦੇ ਵਿੱਚ ਮਨੁੱਖ ਰਹਿ ਰਿਹਾ ਜਿਹੜਾ ਉਹ ਨੈਤਿਕ ਕਦਰਾਂ ਕੀਮਤਾਂ ਤੋਂ ਨੀਵਾਂ ਜੀਵਨ ਬਤੀਤ ਕਰ ਰਿਹਾ, ਘਟੀਆ ਪੱਧਰ ਤੇ ਜਾਣਾ ਸੀ ਕਿੰਨੇ ਮਾਂ ਦੋਸ਼ੀ ਹੈ, ਪਰ ਸੰਸਾਰਿਕ ਮਾਂ ਕਿਤੇ ਵੀ ਦੋਸ਼ੀ ਨਹੀਂ। ਕੋਈ ਮਾਂ ਨਹੀਂ ਚਾਹੁੰਦੀ ਕਿ ਉਸਦਾ ਪੁੱਤਰ ਗਲਤ ਸੰਗਤ 'ਚ ਜਾਵੇ, ਗਲਤ ਰਸਤੇ ਤੇ ਜਾਵੇ। ਮਨੁੱਖ ਉਸ ਵੇਲੇ ਦੋਸ਼ੀ ਬਣਦਾ ਹੈ ਜਦੋਂ ਜਾਂ ਤਾਂ ਉਹ ਪੂਰਨ ਗੁਰੂ ਦੇ ਕੋਲ ਨਹੀਂ ਹੈ, ਤੇ ਜਾਂ ਜ਼ਿੰਦਗੀ ਦੇ ਵਿੱਚ ਆਪ ਇੰਨਾ ਅਧੂਰਾਪਨ ਹੈ ਕਿ ਗੁਰੂ ਦੇ ਕੋਲ ਜਾਣਾ ਹੀ ਨਹੀਂ ਚਾਹੁੰਦਾ। ਇਹ ਕਾਰਨ ਦੋ ਹੀ ਨੇ। ਪਰ ਜੇ ਮਨੁੱਖ ਪੂਰਨਤਾ ਵਾਲੇ ਪਾਸੇ ਜਾਂਦਾ ਹੈ ਤਾਂ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਉਸ ਦਾ ਮਾਣ ਉਸ ਦੀ ਸੰਸਾਰਕ ਜਨਮ ਦੇਣ ਵਾਲੀ ਮਾਂ ਨੂੰ ਹੀ ਮਿਲਦਾ। ਜਿੱਥੇ ਸੰਸਾਰਕ ਮਾਂ ਦੀ ਗੱਲ ਹੈ ਉੱਥੇ ਜਨਨੀ ਦੀ ਗੱਲ ਹੈ। ਤਿੰਨ ਧਨ ਜਣੇਂਦੀ ਮਾਓ ਆਏ ਸਫਲ ਸੇ, ਆਪ ਦੀਏ ਲੜਲਾਏ ਦਰ ਦਰਵੇਸ਼। ਸੋ ਉੱਥੇ ਜਨਮ ਦੇਣ ਵਾਲੀ ਮਾਂ ਦੀ ਗੱਲ ਆਵੇਗੀ। ਜਦੋਂ ਮਨੁੱਖ ਕਿਸੇ ਵੀ ਪਰਉਪਕਾਰ ਦੇ ਖੇਤਰ ਦੇ ਵਿੱਚ ਚੰਗਾ ਨਾਮਣਾ ਖੱਟਦਾ ਤਾਂ ਅਸੀਂ ਸਾਰੇ ਕਹਿੰਦੇ ਹਾਂ ਕਿ ਮਾਂ ਧਨ ਹੈ ਜਿਸ ਨੇ ਇਸ ਬੱਚੇ ਨੂੰ ਜਨਮ ਦਿੱਤਾ ਹੈ। ਉਹ ਉਸ ਨੂੰ ਮਾਣ ਸਨਮਾਨ ਜ਼ਰੂਰ ਜਾਂਦਾ ਹੈ, ਪਰ ਬੱਚਾ ਜੇਕਰ ਗਲਤ ਰਸਤੇ ਤੇ ਜਾਂਦਾ ਹੈ ਮਾਂ ਕਦੀ ਨਹੀਂ ਚਾਹੁੰਦੀ ਉੱਥੇ ਮਾਂ ਦੀ ਕੁੱਖ ਨੂੰ ਜਿਹੜਾ ਕਹਿਣਾ ਉਹ ਗਲਤ ਗੱਲ ਹੈ। ਸੋ ਇਹ ਦੋ ਤਿੰਨ ਪ੍ਰਮਾਣਾਂ ਦੇ ਵਿੱਚ ਜਿਹੜੇ ਸ਼ਬਦ ਵਰਤੇ ਜਾਂਦੇ ਨੇ ਕਿ ਜਿਨ੍ਹਾਂ ਨੇ ਆਪਣੇ ਹਿਰਦੇ ਦੇ ਵਿੱਚ ਨਾਮ ਦਾ ਪ੍ਰਗਾਸ ਨਹੀਂ ਕੀਤਾ ਉਹ ਮਾਂ ਬਾਝ ਹੋ ਜਾਣੀ ਚਾਹੀਦੀ ਹੈ। ਇੱਥੇ ਵੀ ਅਧੂਰੇ ਗੁਰੂ ਦੇ ਪ੍ਰਤੀ ਹੈ। ਜਿੱਥੇ ਸ਼ਬਦ ਹੈ ਕਿ ਮਾਏ ਮੁੰਡੋ ਤਹਿ ਗੁਰੂ ਕੀ ਜਾਤੇ ਭਰਮ ਨਾ ਜਾਏ, ਉੱਥੇ ਵੀ ਅਪੂਰਨ ਗੁਰੂ ਦੇ ਪ੍ਰਤੀ ਹੈ। ਤੇ ਜਿਹੜਾ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਸ਼ਬਦ ਵਰਤਿਆ, ਨਾਨਕ ਆਖੇ ਭੰਗਰ ਨਾਥ ਤੇਰੀ ਮਾਂ ਕੁਚੱਜੀ ਆਈ, ਉੱਥੇ ਮਾਂ ਕੁਚੱਜੀ ਸ਼ਬਦ ਵੀ ਅਪੂਰਨ ਗੁਰੂ ਦੇ ਪ੍ਰਤੀ ਹੈ ਜਿਸ ਦੇ ਕੋਲ ਖੁਦ ਗਿਆਨ ਨਹੀਂ। ਸੋ ਅਧਿਆਤਮਕ ਵਾਦ ਦੇ ਵਿੱਚ ਜਿਹੜੀ ਮਾਂ ਹੈ ਜਿਸ ਨੂੰ ਅਸੀਂ ਕਹਿੰਦੇ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ, ਉਹ ਗੁਰੂ ਨੂੰ ਮੰਨਿਆ ਜਾਂਦਾ ਹੈ ਮਾਤਾ ਪਿਤਾ। ਤੇ ਜੇਕਰ ਮਨੁੱਖ ਦੇ ਜੀਵਨ ਦੇ ਵਿੱਚ ਗਿਆਨ ਨਹੀਂ ਹੈ ਤੇ ਜਾਂ ਗੁਰੂ 'ਚ ਪੂਰਨਤਾ ਨਹੀਂ ਹੈ ਤੇ ਜਾਂ ਮਨੁੱਖ ਦਾ ਅਧੂਰਾਪਨ ਹੈ, ਕੋਈ ਗਿਆਨ ਲੈਣਾ ਨਹੀਂ ਚਾਹੁੰਦਾ। ਗੁਰੂ ਦੋਸ਼ੀ ਉਦੋਂ ਹੋ ਜਾਂਦਾ ਹੈ ਜਦੋਂ ਅਧੂਰੇ ਮਨੁੱਖ ਨੂੰ ਆਪਣਾ ਜਾਨਸ਼ੀਨ ਨਿਯੁਕਤ ਕਰ ਦਿੰਦਾ ਹੈ। ਸੋ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਇਸ ਕਰਕੇ ਭੰਗਰਨਾਥ ਦੇ ਗੁਰੂ ਦੇ ਵਿੱਚ ਦੋਸ਼ ਕੱਢਿਆ ਕਿ ਉਹਨੇ ਆਪਣੇ ਗਿਆਨ ਨੂੰ
ਤੈਨੂੰ ਸੌਂਪਣ ਦੇ ਵਾਸਤੇ ਤੇ ਤੈਨੂੰ ਆਪਣਾ ਜਾਨਸ਼ੀਨ ਜਾਂ ਪਦ ਨਿਯੁਕਤ ਕਰਨ ਦੇ ਵਾਸਤੇ ਤੇਰੀ ਕੋਈ ਪ੍ਰੀਖਿਆ ਹੀ ਨਹੀਂ ਲਈ ਕਿ ਤੂੰ ਇੰਨਾ ਗਿਆਨ ਰੱਖਦਾ ਨਹੀਂ, ਤੈਨੂੰ ਆਪਣੀ ਜਗ੍ਹਾ ਦੇ ਦਿੱਤੀ ਹੈ। ਸੋ ਉੱਥੇ ਗੁਰਦੇਵ ਪਾਤਸ਼ਾਹ ਇਹ ਗੱਲ ਕਹਿੰਦੇ ਨੇ। ਹੁਣ ਅਗਲੀ ਗੱਲ ਆ ਜਾਂਦੀ ਹੈ ਲੋਗਨ ਮੇ ਲੋਗਾਚਾਰ, ਗੁਰਮੁਖ ਏਕ ਓੰਕਾਰ, ਸ਼ਬਦ ਸੁਰਤ ਉਨ ਮਨ ਉਨ ਮਾਨੀ। ਕਿ ਸੰਸਾਰ ਦੇ ਵਿੱਚ ਰਹਿੰਦਿਆਂ, ਲੋਗਾਚਾਰ ਦੇ ਵਿੱਚ ਰਹਿੰਦਿਆਂ, ਪਰਿਵਾਰ ਦੇ ਵਿੱਚ ਰਹਿੰਦਿਆਂ, ਉਸੇ ਮਾਂ-ਬਾਪ ਘਰ ਦੇ ਵਿੱਚ ਰਹਿੰਦਿਆਂ ਵੀ ਤੁਸੀਂ ਇੱਕ ਓੰਕਾਰ ਦੇ ਨਾਲ ਜੁੜ ਕੇ ਸ਼ਬਦ ਔਰ ਸੁਰਤ ਦੇ ਸਦਕਾ ਪ੍ਰਮਾਤਮਾ ਦੇ ਨਾਲ ਮਿਲਾਪ ਦੀ ਅਵਸਥਾ 'ਚ ਜਾ ਸਕਦੇ ਹੋ। ਕਿਉਂ ਕਿ ਅਸੀਂ ਸਰੀਰ ਕਰਕੇ ਪਰਿਵਾਰ ਔਰ ਸੰਸਾਰ ਦੇ ਵਿੱਚ ਰਹਿ ਰਹੇ ਹੁੰਦੇ ਹਾਂ, ਪਰ ਆਤਮਿਕ ਅਵਸਥਾ ਦੇ ਵਿੱਚ ਜਾ ਕੇ ਅਸੀਂ ਆਨੰਦਮਈ ਜੀਵਨ ਦੇ ਵਾਸਤੇ ਆਪਣੀ ਮਾਨਸਿਕਤਾ ਨੂੰ ਨਿਰੰਕਾਰ ਦੇ ਨਾਲ ਜੋੜ ਸਕਦੇ ਹਾਂ, ਸੰਸਾਰ 'ਚ ਰਹਿੰਦੇ ਹਾਂ। ਕਰਤਾਰਪੁਰ ਸਾਹਿਬ ਦੇ ਇਤਿਹਾਸ ਦੇ ਵਿੱਚ ਇੱਕ ਬੜੀ ਪਿਆਰੀ ਘਟਨਾ, ਭਾਈ ਪ੍ਰਿਥੀਆ ਔਰ ਭਾਈ ਪੈੜਾ ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਕੋਲ ਆਏ। ਕਾਫੀ ਸਮਾਂ ਗੁਰੂ ਨਾਨਕ ਸਾਹਿਬ ਦੇ ਕੋਲ ਬਤੀਤ ਕੀਤਾ। ਪਰਿਵਾਰਾਂ ਵਾਲੇ ਸੀ, ਦੋਵੇਂ ਗ੍ਰਹਿਸਥੀ ਸਿੱਖ ਸੀ। ਕੁਦਰਤਨ ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਰੋਜ਼ ਪ੍ਰਵਚਨ ਸੁਣਦੇ ਨੇ। ਰੋਜ਼ ਜੋ ਉੱਥੋਂ ਦੀ ਸਮਾਂ ਸਾਰਣੀ ਹੈ ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਵੇਲੇ, ਕਿ ਸਵੇਰੇ ਨਿਤਨੇਮ, ਸ਼ਾਮ ਦੇ ਵੇਲੇ ਜੋ ਨਿਤਨੇਮ ਦੀ ਉਸ ਵੇਲੇ ਦੀ ਮਰਿਆਦਾ ਹੋਵੇਗੀ, ਗੁਰੂ ਨਾਨਕ ਸੱਚੇ ਪਾਤਸ਼ਾਹ ਕਿਸ ਤਰ੍ਹਾਂ ਦੇ ਨਾਲ ਸ਼ਬਦ ਦੀ ਵਿਚਾਰ ਕਰਦੇ ਨੇ, ਮਨ ਬੜਾ ਪ੍ਰਭਾਵਿਤ ਹੋਇਆ। ਹੁਣ ਜਿਹੜਾ ਵੀ ਮਨੁੱਖ ਸੰਸਾਰ 'ਚ ਰਹਿ ਰਿਹਾ ਹੈ, ਉਪਜੀਵਕਾ ਦੇ ਵਾਸਤੇ, ਰੋਟੀ ਦੇ ਵਾਸਤੇ ਕੋਈ ਨਾ ਕੋਈ ਕਾਰਜ ਤਾਂ ਕਰ ਹੀ ਰਿਹਾ। ਉਸੇ ਕਾਰਜ ਦੇ ਨਾਲ ਸੰਬੰਧਿਤ ਵਕਤ ਆ ਗਿਆ, ਜਾਣਾ ਪੈਣਾ ਸੀ, ਪਰ ਜਾਣ ਨੂੰ ਮਨ ਨਹੀਂ ਕਰ ਰਿਹਾ। ਤੇ ਗੁਰੂ ਨਾਨਕ ਸੱਚੇ ਪਾਤਸ਼ਾਹ ਨੂੰ ਆ ਕੇ ਦੋਵੇਂ ਹੀ ਭਰਾ ਇੱਕ ਬੇਨਤੀ ਕਰਦੇ ਨੇ, ਪਾਤਸ਼ਾਹ ਇਸ ਸੰਸਾਰ ਦੇ ਵਿੱਚ ਸਾਡਾ ਪਰਿਵਾਰ ਵੀ ਹੈ, ਪਰ ਸਾਨੂੰ ਪਤਾ ਹੈ ਕਿ ਸਾਡੇ ਉੱਪਰ ਪਰਿਵਾਰ ਦੀ ਜ਼ਿੰਮੇਵਾਰੀ ਹੈ, ਪਰ ਤੁਹਾਡੇ ਪ੍ਰਵਚਨ ਔਰ ਤੁਹਾਡੀ ਸ਼ਬਦ ਦੀ ਵਿਚਾਰ ਇੰਨੀ ਚੰਗੀ ਲੱਗਦੀ ਹੈ ਕਿ ਦਿਲ ਨਹੀਂ ਕਰਦਾ ਕਿ ਤੁਹਾਨੂੰ ਛੱਡ ਕੇ ਤੁਹਾਡੇ ਤੋਂ ਦੂਰ ਜਾਈਏ। ਪਾਤਸ਼ਾਹ ਹੁਣ ਤਾਂ ਹਰ ਵੇਲੇ ਦਿਲ ਇਹ ਕਰਦਾ ਹੈ ਕਿ ਜਾਂ ਤੁਸੀਂ ਸਾਡੇ ਨਾਲ ਆ ਜਾਓ ਤੇ ਜਾਂ ਅਸੀਂ ਤੁਹਾਡੇ ਕੋਲ ਰਹਿ ਜਾਈਏ। ਅਸੀਂ ਤੁਹਾਡੇ ਤੋਂ ਬਿਨਾਂ ਰਹਿ ਹੀ ਨਹੀਂ ਸਕਦੇ। ਸਾਨੂੰ ਇਸ ਸ਼ਬਦ ਵਿਚਾਰ ਦੇ ਵਿੱਚੋਂ ਇੰਨਾ ਆਤਮਿਕ ਆਨੰਦ ਆਉਂਦਾ ਹੈ ਕਿ ਸਾਡਾ ਮਨ ਹੀ ਨਹੀਂ ਕਰਦਾ ਕਿ ਤੁਹਾਡੇ ਤੋਂ ਦੂਰ ਜਾਈਏ। ਤੇ ਗੁਰੂ ਨਾਨਕ ਸੱਚੇ ਪਾਤਸ਼ਾਹ ਦਾ ਪਹਿਲਾ ਸਵਾਲ ਹੈ ਕਿ ਆਨੰਦ ਆ ਕਿਸ ਚੀਜ਼ 'ਚ ਰਿਹਾ? ਪਾਤਸ਼ਾਹ ਸ਼ਬਦ ਦੀ ਵਿਚਾਰ ਦੇ ਵਿੱਚੋਂ ਆਨੰਦ ਆ ਰਿਹਾ। ਤੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੇ ਬੜੀ ਪਿਆਰੀ ਗੱਲ ਕੀਤੀ ਹੈ। ਕਹਿੰਦੇ, ਵੇਖ ਭਾਈ ਪ੍ਰਿਥੀਆ, ਸ਼ਬਦ ਮੇਰਾ ਹਿਰਦਾ ਹੈ, ਸ਼ਬਦ ਮੇਰਾ ਹਿਰਦਾ ਹੈ। ਜੇ ਤਾਂ ਤੁਹਾਡੇ ਮਨ ਦੇ ਵਿੱਚ ਇਹ ਗੱਲ ਹੈ ਨਾ ਕਿ ਤੁਸੀਂ ਸਰੀਰ ਕਰਕੇ ਮੇਰੇ ਕੋਲ ਆਨੰਦ ਪ੍ਰਾਪਤ ਕਰ ਰਹੇ ਹੋ, ਫਿਰ ਤੁਹਾਡੇ 'ਚ ਅਪੂਰਨਤਾ ਹੈ, ਅਧੂਰਾਪਨ ਹੈ। ਕਿਉਂਕਿ ਸਰੀਰ ਕਰਕੇ ਤਾਂ ਅਸੀਂ ਸਾਰੇ ਹੀ ਇੱਥੋਂ ਚਲੇ ਜਾਣਾ, ਜਿਸ ਨੂੰ ਕਬੀਰ ਸਾਹਿਬ ਨੇ ਬੜਾ ਸੁੰਦਰ ਕਿਹਾ, ਜਿਹ ਮਰਨੇ ਸਭ ਜਗਤ ਤਰਾਸਿਆ, ਸੋ ਮਰਨਾ ਗੁਰ ਸ਼ਬਦ ਪ੍ਰਗਾਸਿਆ। ਸਰੀਰ ਕਰਕੇ ਅਸੀਂ ਜਿੰਨੇ ਵੀ ਆ, ਅੱਜ ਕੱਲ, ਕਿਸੇ ਦਿਨ ਤੁਸੀਂ, ਕਿਸੇ ਦਿਨ ਮੈਂ, ਕਿਸੇ ਦਿਨ ਮੇਰਾ ਪਰਿਵਾਰ, ਮੇਰੇ ਬੱਚੇ, ਮੇਰਾ ਮਾਂ-ਬਾਪ, ਸਰੀਰ ਕਰਕੇ ਅਸੀਂ ਸਾਰਿਆਂ ਹੀ ਇਸ ਸੰਸਾਰ ਤੋਂ ਜਾਣਾ। ਸਭਨਾ ਸਹੁਰੇ ਵੰਜਣਾ, ਸਭ ਮੁਕਲਾਵਣ ਹਾਰ, ਨਾਨਕ ਧਨ ਸੁਹਾਗਣੀ, ਜਿਨ ਸਹਿ ਨਾਲ ਪਿਆਰ। ਸਰੀਰ ਕਰਕੇ ਅਸੀਂ ਸਾਰਿਆਂ ਜਾਣਾ। ਤੇ ਗੁਰੂ ਨਾਨਕ ਸਾਹਿਬ ਕਹਿੰਦੇ ਨੇ, ਵੇਖ ਭਾਈ ਪ੍ਰਿਥੀਆ ਤੇ ਪੈੜਾ, ਸਰੀਰ ਦੇ ਨਾਲ ਨਾ ਜੁੜੋ। ਤੁਸੀਂ ਜਿਹੜਾ ਆਤਮਿਕ ਆਨੰਦ ਲੈ ਰਹੇ ਹੋ, ਉਹ ਸ਼ਬਦ ਦੇ ਵਿੱਚੋਂ ਲੈ ਰਹੇ ਹੋ। ਸ਼ਬਦ ਮੇਰਾ ਹਿਰਦਾ, ਸ਼ਬਦ ਮੇਰਾ ਹਿਰਦਾ ਹੈ। ਜੇਕਰ ਤੁਸੀਂ ਸ਼ਬਦ ਦੇ ਨਾਲ ਜੁੜੋਗੇ ਤੇ ਕਦੀ ਵੀ ਵਿਛੋੜਾ ਨਹੀਂ ਪੈ ਸਕਦਾ, ਤੇ ਸਰੀਰ ਦੇ ਨਾਲ ਜੁੜੋਗੇ ਤੇ ਕਦੀ ਵੀ ਮਿਲਾਪ ਨਹੀਂ ਹੋ ਸਕਦਾ। ਇਸ ਕਰਕੇ ਜੇ ਸ਼ਬਦ ਗੁਰੂ ਨਾਨਕ ਦਾ ਹਿਰਦਾ ਹੈ, ਤੇ ਸ਼ਬਦ ਤੇ ਸੁਰਤ ਦੀ ਜਿਹੜੀ ਸੁਮੇਲਤਾ ਹੈ, ਉਹ ਪਰਿਵਾਰ ਦੇ ਵਿੱਚ ਰਹਿੰਦੀਆਂ ਵੀ ਹੋ ਸਕਦੀ ਹੈ, ਜਿਸ ਨੂੰ ਅਸੀਂ ਕਹਿੰਦੇ ਅੰਜਨ ਮਹਿ ਨਿਰੰਜਨ ਰਹੀਏ, ਜੋਗ ਜੁਗਤ ਪਾਈਏ। ਜੋਗ ਹੈ ਜੋੜਨਾ, ਪਰਮਾਤਮਾ ਦੇ ਨਾਲ ਜੋੜਨ ਦੀ ਜਿਹੜੀ ਜੁਗਤੀ ਹੈ, ਉਹ ਅੰਜਨ ਮਹਿ ਨਿਰੰਜਨ। ਅੰਜਨ ਹੈ ਸੰਸਾਰਿਕ ਮਾਇਆ ਦਾ ਰੂਪ, ਪਰਿਵਾਰ, ਘਰ-ਬਾਰ, ਇਹਦੇ ਵਿੱਚ ਰਹਿੰਦਿਆਂ ਵੀ ਅਸੀਂ ਨਿਰੰਜਨ, ਉਸ ਮਾਇਆ ਤੋਂ ਮੁਕਤ ਹੋ ਕੇ ਉਸ ਪਰਮਾਤਮਾ ਦੇ ਉਸ ਆਤਮਿਕ ਆਨੰਦ ਨੂੰ ਪਾ ਸਕਦੇ ਹਾਂ, ਜਿਸ ਨੂੰ ਭਾਈ ਸਾਹਿਬ ਭਾਈ ਗੁਰਦਾਸ ਨੇ ਕਿਹਾ, ਲੋਗਨ ਮੇ ਲੋਗਾਚਾਰ, ਗੁਰਮੁਖ ਏਕ ਓੰਕਾਰ, ਸ਼ਬਦ ਸੁਰਤ ਉਨ ਮਨ ਉਨ ਮਾਨੀਏ। ਅਸੀਂ ਲੋਗਾਚਾਰ, ਘਰ ਪਰਿਵਾਰ, ਸੰਸਾਰ ਪਰਿਵਾਰ ਦੇ ਵਿੱਚ ਰਹਿੰਦਿਆਂ ਵੀ ਉਸ ਪਰਮਾਤਮਾ ਦੇ ਆਤਮਿਕ ਆਨੰਦ ਨੂੰ ਪ੍ਰਾਪਤ ਕਰ ਸਕਦੇ ਹਾਂ, ਪਰ ਉਹਦੇ ਵਾਸਤੇ ਸਰੀਰ ਕਰਕੇ ਅਸੀਂ ਪਰਿਵਾਰ 'ਚ ਰਹਿੰਦੇ ਹਾਂ,
ਪਰ ਮਨ ਕਰਕੇ ਸ਼ਬਦ ਔਰ ਸੁਰਤ ਦੀ ਸੁਮੇਲਤਾ ਦੀ ਜ਼ਰੂਰਤ ਹੈ। ਸੋ ਵਕਤ ਮੇਰਾ ਸਮਾਪਤ ਹੈ। ਇੰਨੀਆਂ ਬੇਨਤੀਆਂ ਪ੍ਰਵਾਨ, ਫਤਿਹ ਦੀ ਸਾਂਝ ਗੱਜ ਕੇ ਆਖਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।